ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਡਹੰਸ ਮਹੱਲਾ ਤੀਜਾ। ਘਰ ਪਹਿਲਾ ਇੱਕ ਓੰਕਾਰ, ਸਤਿਗੁਰ ਪ੍ਰਸਾਦ। ਮਨ ਮੈਲਾ ਸਭ ਕਿਛ ਮੈਲਾ, ਤਨ ਧੋਤਾ ਮਨ ਹੱਛਾ ਨਾ ਹੋਏ। ਇਹ ਜਗਤ ਭਰਮ ਭੁਲਾਇਆ, ਵਿਰਲਾ ਬੂਝਾ ਕੋਏ। ਮਨ ਮੈਲਾ ਸਭ ਕਿਛ ਮੈਲਾ, ਤਨ ਧੋਤਾ ਮਨ ਹੱਛਾ ਨਾ ਹੋਏ। ਇਹ ਜਗਤ ਭਰਮ ਭੁਲਾਇਆ, ਵਿਰਲਾ ਬੂਝਾ ਕੋਏ। ਜਪ ਮਨ ਮੇਰੇ ਤੂੰ ਏਕੋ ਨਾਮ, ਸਤਿਗੁਰ ਦੀਆ ਮੋਕਉ ਇਹੋ ਨਿਧਾਨ। ਜਪ ਮਨ ਮੇਰੇ ਤੂੰ ਏਕੋ ਨਾਮ, ਸਤਿਗੁਰ ਦੀਆ ਮੋਕਉ ਇਹੋ ਨਿਧਾਨ। ਰਹਾਉ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਵਾਜ, ਜਗਤ ਜਲੰਦੇ ਨੂੰ ਤਾਰਨਹਾਰ, ਦਸਾਂ ਪਾਤਸ਼ਾਹੀਆਂ ਦੇ ਆਤਮਿਕ ਸਰੂਪ, ਜੋਗੋ ਜੋਗ ਟਲ ਸਤਿਗੁਰੂ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਜ ਕੇ ਗੁਰੂ ਕੀ ਬਾਣੀ ਦਾ ਮਨੋਹਰ ਕੀਰਤਨ ਸਰਵਣ ਕੀਤਾ ਹੈ। ਸਤਿਗੁਰੂ ਜੀ ਨੇ ਇਹ ਮਹਾਨ ਬਖਸ਼ਿਸ਼ ਕੀਤੀ ਹੈ। ਇਹ ਸਤ ਸੰਗਤ ਦੀਆਂ ਘੜੀਆਂ ਬਖਸ਼ਿਸ਼ ਕੀਤੀਆਂ ਹਨ। ਅਥਵਾ ਡਿਠੇ ਸਭੇ ਥਾਵ ਨਹੀਂ ਤੁਧ ਜਿਹਿਆ, ਬੱਧੂ ਪੁਰਖ ਵਧਾਤੇ ਤਾਂ ਤੂੰ ਸੋਹਿਆ। ਪਾਵਨ ਪਵਿੱਤਰ ਸ੍ਰੀ ਦਰਬਾਰ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਦੀਦਾਰੇ, ਗੁਰੂ ਕੀ ਬਾਣੀ ਦਾ ਮਨੋਹਰ ਕੀਰਤਨ, ਪਵਿੱਤਰ ਸਰੋਵਰ ਦੇ ਇਸ਼ਨਾਨ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੇ ਹਨ। ਦੂਰ ਦੁਰਾਡੇ ਬੈਠੀਆਂ ਗੁਰੂ ਕੀਆਂ ਸਿੱਖ ਸੰਗਤਾਂ ਹਮੇਸ਼ਾ ਹੀ ਮਨ ਵਿੱਚ ਇਹ ਇੱਛਾ ਰੱਖਦੀਆਂ ਹਨ ਕਿ ਸਤਿਗੁਰੂ ਜੀ ਜਦੋਂ ਵੀ ਕਿਰਪਾ ਕਰਨ, ਸਾਨੂੰ ਸਤਿਗੁਰੂ ਪਾਤਸ਼ਾਹੀ ਦੇ ਇਸ ਪਾਵਨ ਦਰਬਾਰ ਦੇ ਦਰਸ਼ਨ ਅਤੇ ਪਵਿੱਤਰ ਸਰੋਵਰ ਦੇ ਇਸ਼ਨਾਨ ਸਤਿਗੁਰੂ ਜੀ ਬਖਸ਼ ਦੇਣ। ਸਤਿਗੁਰੂ ਜੀ ਨੇ ਇਹ ਬਖਸ਼ਾਂ ਦਾ ਕੁੰਭ ਲਾਇਆ ਹੋਇਆ ਹੈ। ਮਹਾਰਾਜ ਸੱਚੇ ਪਾਤਸ਼ਾਹੀ ਦਾ ਇਹ ਫਰਮਾਨ ਹੈ, ਰਾਮਦਾਸ ਸਰੋਵਰ ਨਹਾਤੇ। ਭਾਈ ਗੁਰੂ ਸਾਹਿਬ ਦੇ ਸਰੋਵਰ ਵਿੱਚ ਇਸ਼ਨਾਨ ਕਰਨ ਦੇ ਬੜੇ ਵੱਡੇ ਪੁੰਨ ਹਨ, ਬੜਾ ਵੱਡਾ ਫਲ ਹੈ। ਕਿਉਂਕਿ ਇੱਥੇ 8 ਪਹਿਰ ਬਾਣੀ ਦਾ ਸਿਮਰਨ, ਸਤਿਗੁਰੂ ਪਾਤਸ਼ਾਹੀ ਦਾ ਕੀਰਤਨ ਅਤੇ ਜਾਪ 24 ਘੰਟੇ ਹੀ ਚੱਲਦੇ ਰਹਿੰਦੇ ਹਨ। ਇਸ ਕਰਕੇ ਹਜ਼ੂਰ ਫਰਮਾਉਂਦੇ ਹਨ ਕਿ ਭਾਈ ਲਾਭ ਕੀ ਹੋਵੇਗਾ ਜੇ ਇੱਥੇ ਇਸ਼ਨਾਨ ਕਰਨਿਆ ਸਭ ਉਤਰੇ ਪਾਪ ਕਮਾਤੇ। ਸਾਰੇ ਹੀ ਪਾਪ ਲੈ ਜਾਂਦੇ ਹਨ। ਸਤਿਗੁਰੂ ਪਾਤਸ਼ਾਹੀ ਦੀ ਜੇ ਇਸ ਪਾਵਨ ਨਗਰੀ ਵਿੱਚ ਪਹੁੰਚ ਕੇ ਸਤਿਗੁਰੂ ਦਾ ਉਪਦੇਸ਼ ਗ੍ਰਹਿਣ ਕਰਕੇ ਅੱਗੇ ਤੋਂ ਪਾਪ ਕਰਮ ਛੱਡ ਦੇਵੇ ਮਨੁੱਖ, ਤਾਂ ਸਤਿਗੁਰੂ ਜੀ ਬਖਸ਼ ਲੈਂਦੇ ਹਨ। ਸੋ ਉਸ ਪਾਵਨ ਸਥਾਨ 'ਤੇ ਸਜੇ ਹਾਂ। ਸੋ ਸਤਿਗੁਰੂ ਪਾਤਸ਼ਾਹ ਜੀ ਨੇ ਅੰਮ੍ਰਿਤ ਵੇਲੇ ਜੋ ਪਵਿੱਤਰ ਸ੍ਰੀ ਮੁਖ ਵਾਕ ਬਖਸ਼ਿਸ਼ ਕੀਤੇ ਹਨ, ਉਸ ਦੀ ਕਥਾ ਵਿਚਾਰ ਸਾਂਝੀ ਕਰਨੀ ਹੈ। ਦੂਰ ਦੁਰੇਡੇ ਸੰਗਤਾਂ ਟੈਲੀਵਿਜ਼ਨ ਦੇ ਜ਼ਰੀਏ ਪਿੰਡਾਂ, ਸ਼ਹਿਰਾਂ, ਵਿਦੇਸ਼ਾਂ ਵਿੱਚ ਬੈਠੀ ਗੁਰੂ ਕੀ ਸੰਗਤ ਇਸ ਸਮੇਂ ਤੋਂ ਲਾਹਾ ਲੈਂਦੀ ਹੈ। ਆਓ ਸਤਿਗੁਰੂ ਪਾਤਸ਼ਾਹ ਜੀ ਜੋ ਪਾਵਨ ਪਵਿੱਤਰ ਆਪਾਂ ਨੂੰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ, ਜਗਤ ਜਲੰਦੇ ਨੂੰ ਤਾਰਨ ਵਾਸਤੇ ਸਤਿਗੁਰੂ ਜੀ ਨੇ ਧੁਰ ਕੀ ਬਾਣੀ ਰਚੀ ਹੈ। ਉਸ ਵਿੱਚੋਂ ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਬਖਸ਼ਿਸ਼ਾਂ ਕਰ ਰਹੇ ਹਨ। ਸਾਰੀ ਸੰਗਤ ਪ੍ਰੇਮ ਵਿੱਚ ਆ ਕੇ ਇੱਕ ਵਾਰ ਗੱਜ ਕੇ ਬੋਲੋ, ਸਤਨਾਮ
ਸ੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਡਹੰਸ ਮਹੱਲਾ ਤੀਜਾ। ਘਰ ਪਹਿਲਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸਤਿਗੁਰੂ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਸੰਗਤਾਂ ਨੂੰ ਤਾਰਦੇ ਹੋਏ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਸਜੇ ਹੋਏ ਹਨ। ਇੱਥੇ ਬਹੁਤ ਸਾਰੇ ਮਹਾਰਾਜ ਦੇ ਚਰਨਾਂ ਵਿੱਚ ਜੋਗੀ ਆਏ, ਜਿਨ੍ਹਾਂ ਨੇ ਸਤਿਗੁਰੂ ਪਾਤਸ਼ਾਹ ਜੀ ਨੂੰ ਇਹ ਬੇਨਤੀ ਕੀਤੀ ਕਿ ਸਤਿਗੁਰੂ ਜੀ, ਸਾਡਾ ਜਿਹੜਾ ਜੋਗ ਮਤ ਹੈ ਇਹਦੇ ਬੜੀ ਵੱਡੀ ਕਠਿਨ ਤਪੱਸਿਆ ਹੈ। ਅਸੀਂ ਵੱਖ-ਵੱਖ ਤਰ੍ਹਾਂ ਦੇ 84 ਆਸਨਾਂ ਦੇ ਦੁਆਰਾ ਮਨ ਦੀ ਸਾਧਨਾ ਕਰਦੇ ਹਾਂ। ਨਿਵਲੀ ਆਸਨ ਕਾਰਨ ਬੜੀਆਂ ਮੁਸ਼ਕਲਾਂ ਆਉਂਦੀਆਂ ਹਨ, ਪਰ ਫਿਰ ਵੀ ਮਨ ਦੀ ਸ਼ੁੱਧੀ ਨਹੀਂ ਹੁੰਦੀ। ਸੰਗਤਾਂ ਨੇ ਵੀ ਬੇਨਤੀ ਕੀਤੀ, ਮਹਾਰਾਜ ਜੀ ਅਸੀਂ ਜੋ ਆਪਾਂ ਨੂੰ ਭਾਈ ਹਮੇਸ਼ਾ ਹੀ ਬਹੁਤ ਵੱਡੀ ਗਿਣਤੀ ਵਿੱਚ ਸੰਗਤਾਂ ਨੂੰ ਇਹ ਆਪਣੇ ਹੀ ਮਨ ਦੇ ਉੱਪਰ ਇੱਕ ਸ਼ਿਕਾਇਤ ਬਣੀ ਰਹਿੰਦੀ ਹੈ ਕਿ ਅਸੀਂ ਜਦੋਂ ਨਾਮ ਜਪੀਏ ਨਾਮ ਵਿੱਚ ਮਨ ਟਿਕਦਾ ਨਹੀਂ, ਬਾਣੀ ਪੜ੍ਹੀਏ ਬਾਣੀ ਵਿੱਚ ਮਨ ਲੱਗਦਾ ਨਹੀਂ। ਇਸ ਮਨ ਨੂੰ ਵਿਸ਼ਿਆਂ ਵਿਕਾਰਾਂ ਤੋਂ ਦੁਨੀਆ ਦੇ ਭਰਮਣ ਵੱਲੋਂ ਕਿਵੇਂ ਰੋਕਿਆ ਜਾ ਸਕਦਾ ਹੈ? ਇਹ ਸਾਡੀ ਸਾਰਿਆਂ ਦੀ ਹੀ ਮਨ ਵਿੱਚ ਇੱਛਾ ਬਣੀ ਰਹਿੰਦੀ ਹੈ ਕਿ ਕੋਈ ਸਾਨੂੰ ਇਹੋ ਜਿਹਾ ਉਪਦੇਸ਼ ਦੇ ਦੇਵੇ, ਇਹੋ ਜਿਹਾ ਸਾਧਨ ਦੱਸ ਦੇਵੇ ਕਿ ਸਾਡਾ ਮਨ ਵੀ ਟੇਕ ਜਾਏ, ਗੁਰੂ ਕੀ ਬਾਣੀ ਵਿੱਚ, ਸਤਸੰਗਤ ਵਿੱਚ, ਨਾਮ ਸਿਮਰਨ ਵਿੱਚ, ਬਾਣੀ ਪੜ੍ਹਨ ਵਿੱਚ ਲੱਗ ਜਾਵੇ। ਤੇ ਭਾਈ ਸਤਿਗੁਰੂ ਪਾਤਸ਼ਾਹ ਦੇ ਪਾਸ ਵੀ ਸੰਗਤਾਂ ਨੇ ਜਦੋਂ ਇਹ ਬੇਨਤੀਆਂ ਕੀਤੀਆਂ ਤੇ ਬਹੁਤ ਸਾਰੇ ਸਿੱਧ ਜੋਗੀ ਵੀ ਆਏ ਹੋਏ ਸਨ, ਤਾਂ ਸਤਿਗੁਰੂ ਪਾਤਸ਼ਾਹ ਜੀ ਨੇ ਆਪ ਬਖਸ਼ਿਸ਼ਾਂ ਕਰਕੇ ਵਡਹੰਸ ਰਾਗ ਦੇ ਵਿੱਚ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ਾਂ ਕੀਤੀਆਂ ਹੈ। ਅਤੇ ਰਾਗੀ ਸਿੰਘਾਂ ਨੂੰ, ਰਾਗੀ ਜਥਿਆਂ ਨੂੰ ਪਹਿਲੇ ਘਰ ਸੁਰਤਾਲ ਦੇ ਵਿੱਚ ਇਸ ਬਾਣੀ ਦਾ ਉਚਾਰਨ ਕਰਨ ਵਾਸਤੇ, ਗਾਇਨ ਕਰਨ ਵਾਸਤੇ ਸਤਿਗੁਰੂ ਜੀ ਨੇ ਉਪਦੇਸ਼ ਦਿੱਤਾ ਹੈ। ਇੱਕੋ ਇੱਕ ਅਕਾਲ ਪੁਰਖ ਵਾਹਿਗੁਰੂ ਹੈ ਜੋ ਸਾਰਿਆਂ ਦੀ ਰੱਖਿਆ ਕਰਦਾ ਹੈ, ਪ੍ਰਤਪਾਲ ਕਰਦਾ ਹੈ, ਸੋ ਸਾਰੇ ਦੁੱਖਾਂ ਨੂੰ ਹਰਨਹਾਰ ਹੈ। ਅਤੇ ਉਹ ਸਤਿਗੁਰੂ ਦੀ ਬਖਸ਼ਿਸ਼ ਦੇ ਦੁਆਰਾ ਹੀ ਉਸ ਦੀ ਪ੍ਰਾਪਤੀ ਹੁੰਦੀ ਹੈ। ਮਨ ਮੈਲਾ ਸਭ ਕਿਛ ਮੈਲਾ। ਹਾਂ ਭਾਈ ਕਹਿੰਦੇ ਗੱਲ ਤਾਂ ਤੁਹਾਡਾ ਪ੍ਰਸ਼ਨ ਠੀਕ ਹੈ, ਵਾਜਬ ਹੈ, ਕਿਉਂਕਿ ਅਕਾਲ ਪੁਰਖ ਨੇ ਇਹ ਦੇ ਦਿੱਤੀ ਹੈ ਪਰਮਾਤਮਾ ਦਾ ਨਾਮ ਸਿਮਰਨ ਵਾਸਤੇ। ਤੇ ਜੇ ਨਾਮ ਸਿਮਰਨ ਵਿੱਚ ਮਨ ਲੱਗਦਾ ਨਹੀਂ ਤਾਂ ਬਹੁਤ ਸਮਾਂ ਸਾਡਾ ਉਦੋਂ ਤੱਕ ਦਾ ਸਮਾਂ ਪੂਰਾ ਲੇਖੇ ਵਿੱਚ ਨਹੀਂ ਲੱਗੇਗਾ ਜਦੋਂ ਤੱਕ ਮਨ ਜੁੜੇਗਾ ਨਹੀਂ ਗੁਰੂ ਚਰਨਾਂ ਵਿੱਚ। ਜਦੋਂ ਤੱਕ ਬਾਣੀ ਵਿੱਚ ਮਨ ਲੀਨ ਨਹੀਂ ਹੋਵੇਗਾ ਉਦੋਂ ਤੱਕ ਪੂਰਾ ਲਾਭ ਸਾਨੂੰ ਪ੍ਰਾਪਤ ਨਹੀਂ ਜੇ ਹੋਣਾ। ਇਸ ਕਰਕੇ ਆਪ ਸੰਗਤਾਂ ਦਾ ਇਹ ਪ੍ਰਸ਼ਨ ਠੀਕ ਹੈ। ਤਾਂ ਸਤਿਗੁਰੂ ਜੀ ਫਰਮਾਉਂਦੇ ਹਨ ਕਿ ਭਾਈ ਅਕਾਲ ਪੁਰਖ ਦਾ ਇਹ ਹੁਕਮ ਹੈ, ਮਨ ਮੈਲੇ ਸਭ ਕੁਛ ਮੈਲਾ। ਜਦੋਂ ਤੱਕ ਸਾਡੇ ਮਨ ਦੀ ਮੈਲ ਹੈ, ਮਨ ਦੇ ਵਿੱਚ ਵਿਸ਼ਿਆਂ ਦੀ ਮੈਲ ਹੈ, ਅਹੰਕਾਰ ਦੀ ਮੈਲ ਹੈ, ਮਮਤਾ ਦੀ ਮੈਲ ਹੈ, ਕ੍ਰੋਧ ਦੀ ਮੈਲ ਹੈ, ਉਦੋਂ ਤੱਕ ਕਹਿੰਦੇ ਸਾਡੇ ਕਰਮ ਕੀਤੇ ਹੋਏ ਸਫਲੇ ਨਹੀਂ ਹੁੰਦੇ, ਉਦੋਂ ਤੱਕ ਪੂਰੀ ਸਫਲਤਾ ਮਿਲਦੀ ਨਹੀਂ। ਮਨ ਸਾਡਾ ਵਿਕਾਰੀ ਹੋਵੇ, ਅਸੀਂ ਲੋਕ ਛਿਪ ਕੇ ਇਸ ਮਨ ਨੂੰ ਵਿਕਾਰੀ ਬਣਾਇਆ ਹੋਵੇ ਤੇ ਨਾਲ ਨਾਲ ਅਸੀਂ ਜਪ ਤਪ ਵੀ ਕਰੀਏ, ਸਾਧਨ ਵੀ ਕਰੀਏ। ਸਾਧਨ ਕੀਤੇ ਤਾਂ ਵਿਅਰਥ ਨਹੀਂ ਜਾਂਦੇ, ਪਰ ਪੂਰਾ ਲਾਭ ਨਹੀਂ ਹੁੰਦਾ, ਕਿਉਂਕਿ ਜਿਸ ਮਨ ਦੀ ਸਾਧਨਾ ਕਰਨੀ ਹੈ, ਜਿਸ ਮਨ ਨੂੰ ਰੋਕਣਾ ਹੈ, ਸਮਝਾਉਣਾ ਹੈ, ਜੇ ਉਹ ਪਹਿਲਾਂ ਹੀ ਇਹ ਵਿਸ਼ਿਆਂ ਦੇ ਵਿੱਚ ਲਿਪਤ ਹੋਇਆ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਨਿਤਨੇਮ ਦੀ ਬਾਣੀ ਵਿੱਚ ਸਾਨੂੰ ਫਰਮਾਇਆ ਨਾ ਕਿ ਭਾਈ ਜਿਵੇਂ ਅਸੀਂ ਬਾਹਰੀ ਕੱਪੜੇ ਧੋਂਦੇ ਹਾਂ, ਜਦੋਂ ਮੈਲੇ ਹੋ ਜਾਂਦੇ ਆ, ਪਲੀਤ ਹੋ ਜਾਂਦੇ ਆ, ਗੰਦੇ ਹੋ ਜਾਂਦੇ ਆ, ਅਸੀਂ ਉਹਦੇ ਤੋਂ ਜਿਹੜੇ ਪੂਰੇ ਜਿੱਦੀ ਦਾਗ ਹੁੰਦੇ ਆ ਉਹ ਵੀ ਲਾਹ ਦਿੰਦੇ ਹਾਂ। ਚੰਗੇ ਤੋਂ ਚੰਗਾ ਕੈਮੀਕਲ ਵਰਤਦੇ ਹਾਂ, ਸਾਬਣ ਵਰਤਦੇ ਹਾਂ, ਉਹਨੂੰ ਥਾਪਿਆਂ ਨਾਲ ਕੁੱਟਦੇ ਹਾਂ ਵੀ ਇਹਦੀ ਮੈਲ ਨਿਕਲ ਜਾਏ।
ਮਹਾਰਾਜ ਕਹਿੰਦੇ ਭਾਈ ਜਿਵੇਂ ਤੈਨੂੰ ਫਿਕਰ ਹੈ ਕਿ ਮੇਰੇ ਤਨ ਤੇ ਪਹਿਨੇ ਹੋਏ ਕੱਪੜੇ ਗੰਦੇ ਨਾ ਹੋਣ, ਇਹਨੂੰ ਕੋਈ ਦਾਗ ਨਾ ਲੱਗਾ ਹੋਵੇ, ਸਾਫ਼ ਸੁਥਰਾ ਹੋਵੇ। ਕਹਿੰਦੇ ਅਸਲ ਵਿੱਚ ਇਹ ਜਿਹੜਾ ਸਰੀਰ ਉਰ ਕੱਪੜਾ ਹੈ ਨਾ, ਇਹਦੇ ਵਿੱਚ ਵੀ ਬੜੇ ਦਾਗ ਲੱਗੇ ਨੇ। ਇਹਦੇ ਵਿੱਚ ਵਸਿਆ ਹੋਇਆ ਮਨ, ਤੇ ਮਨ ਦੇ ਵਿੱਚ ਜਿਹੜੇ ਮੈਲ ਲੱਗੀ ਹੈ ਨਾ, ਉਹ ਬਾਹਰੋਂ ਸਾਬਣ ਦੇ ਨਾਲ ਧੋਤਿਆਂ ਉਤਰ ਨਹੀਂ ਸਕਦੀ। ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਆ ਉਹ ਧੋਏ, ਭਰੀਐ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਵੈ ਕੇ ਰੰਗ। ਉਹ ਤੇ ਭਾਈ ਪ੍ਰਮਾਤਮਾ ਦੇ ਨਾਮ ਦੇ ਨਾਲ ਪੁਣਾ ਪੁਣਾ ਅਭਿਆਸ ਕਰਨ ਦੇ ਨਾਲ, ਵਾਹਿਗੁਰੂ ਦਾ ਸਿਮਰਨ ਕਰਨ ਦੇ ਨਾਲ ਇਹ ਮਨ ਦੀ ਮੈਲ ਲੱਥੇਗੀ। ਪਰ ਸਤਿਗੁਰੂ ਜੀ ਫਰਮਾਉਂਦੇ ਨੇ ਜਦੋਂ ਤੱਕ ਇਹ ਮੈਲ ਲੈਂਦੀ ਨਹੀਂ, ਉਦੋਂ ਤੱਕ ਮਨ ਮੈਲੇ ਸਭ ਕੁਛ ਮੈਲਾ। ਉਦੋਂ ਤੱਕ ਭਾਈ ਤੇਰੇ ਜਪ ਤਪ ਕਰਮ ਕਿਰਿਆ ਤੀਰਥ ਵਰਤ ਆਦਿ ਸਭ ਕੁਝ ਅਧੂਰੇ ਨੇ, ਜਦੋਂ ਤੱਕ ਭਾਈ ਤੇਰੇ ਨਾਮ ਦੀ ਮਨ ਦੀ ਮੈਲ ਨਹੀਂ ਉਤਰਦੀ। ਤਨ ਧੋਤਾ ਮਨ ਹੱਛਾ ਨਾ ਹੋਏ। ਜੋਗੀਆਂ ਨੇ ਕਿਹਾ ਸੀ ਸਤਿਗੁਰੂ ਜੀ ਅਸੀਂ ਨਿਵਲੀ ਕਰਮ ਕਰਦੇ ਹਾਂ, ਪੂਰੇ ਸਰੀਰ ਦੀ ਸਫਾਈ ਕਰ ਦਿੰਦੇ ਹਾਂ। ਅਭਿਆਸ ਕਰਦਿਆਂ ਸਾਧ ਸੰਗਤ ਜੀ ਮਲਮਲ ਦਾ ਕੱਪੜਾ ਲੈ ਕੇ, ਬਹੁਤ ਨਰਮ ਕੱਪੜਾ ਲੈ ਕੇ, ਉਸ ਨੂੰ ਖੰਡ ਆਦਿਕ ਲਾ ਕੇ, ਉਸ ਨੂੰ ਨੱਕ ਵਿੱਚ ਦੀ ਪਾ ਕੇ ਪਹਿਲਾਂ ਮੂੰਹ ਵਿੱਚ ਦੀ ਕੱਢਦੇ ਨੇ, ਫਿਰ ਮੂੰਹ ਵਿੱਚ ਦੀ ਪਾ ਕੇ ਗੁਦਾ ਵਿੱਚ ਦੀ ਕੱਢਦੇ ਨੇ, ਕਈ ਵਾਰ ਕੱਢਦੇ ਨੇ। ਤੇ ਉਹ ਸੋਚਦੇ ਨੇ ਕਿ ਹੁਣ ਸਾਡਾ ਸਰੀਰ ਸ਼ੁੱਧ ਹੋ ਗਿਆ, ਇਹਦੇ ਸਾਰੀ ਮੈਲ ਲੱਥ ਗਈ ਆ। ਮਹਾਰਾਜ ਕਹਿੰਦੇ ਭਾਈ ਸਰੀਰ ਤੇ ਸਾਫ਼ ਹੋ ਸਕਦਾ, ਪਰ ਇਹ ਮਨ ਦੀ ਮੈਲ ਕਿਵੇਂ ਲਾਏਗਾ? ਮਨ ਮੈਲੇ ਸਭ ਕੁਛ ਮੈਲਾ। ਉਦੋਂ ਤੱਕ ਤਾਂ ਭਾਈ ਸਮਝ ਤੇਰਾ ਸਰੀਰ ਵੀ ਮੈਲਾ, ਜਦੋਂ ਤੱਕ ਤੇਰਾ ਮਨ ਮੈਲਾ ਹੈ। ਤੇ ਫਿਰ ਕਹਿੰਦੇ ਭਾਈ ਇਹ ਨਿੱਤ ਤੇਰਾ ਤਨ ਧੋਤੇ ਮਨ ਹੱਛਾ ਨਾ ਹੋਏ। ਤਨ ਦਾ ਜਿੰਨਾ ਮਰਜ਼ੀ ਇਸ਼ਨਾਨ ਕਰ ਲਈ, ਉਦੋਂ ਤੱਕ ਤੇਰਾ ਮਨ ਅੱਛਾ ਨਹੀਂ ਹੋ ਸਕਦਾ ਤਨ ਧੋਣ ਦੇ ਨਾਲ। ਇੱਥੇ ਤਨ ਵੀ ਪਵਿੱਤਰ ਚਾਹੀਦਾ, ਜੀ ਉਹ ਨਿਰਮਲ, ਬਾਹਰੋਂ ਨਿਰਮਲ ਹੋਣਾ ਚਾਹੀਦਾ। ਫਿਰ ਭਾਈ ਇਹ ਗੁਰਮਤਿ ਦੇ ਅਸੂਲ ਤੇ ਆ ਸਕੇਗਾ। ਹਜੂਰ ਫਰਮਾਉਂਦੇ ਹਨ ਕੇਵਲ ਬਾਹਰ ਦੇ ਤੀਰਥ ਇਸ਼ਨਾਨਾਂ ਦੇ ਨਾਲ ਤੇਰੇ ਮਨ ਦੀ ਮੈਲ ਨਹੀਂ ਉਤਰਨੀ। ਇਹ ਜਗਤ ਭਰਮ ਭੁਲਾਇਆ। ਹਜੂਰ ਫਰਮਾਉਂਦੇ ਨੇ ਕਿ ਇਹ ਜਗਤ ਜਿਹੜਾ ਨਾ, ਇਹ ਇਸ ਭਰਮ 'ਚ ਪਿਆ ਹੋਇਆ ਹੈ ਕਿ ਸ਼ਾਇਦ ਕੇਵਲ ਤੀਰਥਾਂ ਤੇ ਜਾਣ ਕਰਕੇ, ਜਪ ਤਪ ਕਰਨ ਵਾਸਤੇ, ਸੋ ਕਿਰਿਆ ਕਰਮ ਕਰਨ ਵਾਸਤੇ, ਹਠ ਕਰਨ ਕਰਕੇ ਸਾਨੂੰ ਸਿੱਧਾਂ ਦੇ 84 ਆਸਨਾਂ ਵਿੱਚ ਮਨ ਦੀ ਯੋਗ ਸਾਧਨਾ ਦੇ ਨਾਲ ਅਸੀਂ ਆਪਣੇ ਮਨ ਨੂੰ ਪਵਿੱਤਰ ਕਰ ਲਵਾਂਗੇ। ਮਹਾਰਾਜ ਕਹਿੰਦੇ ਇਸ ਭਰਮ ਵਿੱਚ ਪਿਆ ਹੋਈ ਹੈ ਦੁਨੀਆ ਸਾਰੀ। ਵਿਰਲਾ ਬੂਝਾ ਕੋਈ। ਕੋਈ ਵਿਰਲੇ ਵਿਰਲੇ ਗੁਰਮੁਖ ਪਿਆਰੇ ਨੇ ਜੋ ਇਸ ਗੱਲ ਨੂੰ ਸਮਝਦੇ ਨੇ ਕਿ ਪ੍ਰਮਾਤਮਾ ਦਾ ਨਾਮ ਸਿਮਰਨ ਕਰਨਾ ਚਾਹੀਦਾ ਹੈ। ਜੋ ਸਾਡੇ ਹਿਰਦੇ ਵਿੱਚ ਪ੍ਰਭੂ ਦਾ ਨਿਵਾਸ ਹੈ, ਉਹਦੀ ਸ਼ਰਨ ਲੈ ਕੇ ਹੀ ਉਹਦੇ ਨਾਲ ਜੁੜਨਾ ਚਾਹੀਦਾ ਹੈ। ਉਹਦੇ ਨਾਲ ਅਸਲ ਵਿੱਚ ਯੋਗ ਸਾਧਨਾ ਇਹੀ ਹੈ ਕਿ ਵਾਹਿਗੁਰੂ ਦਾ ਸਿਮਰਨ ਕਰਦਿਆਂ ਕਰਦਿਆਂ ਉਸ ਵਾਹਿਗੁਰੂ ਵਿੱਚ ਲੀਨ ਹੋਣਾ ਹੀ ਉਸ ਦੀ ਯੋਗ ਸਾਧਨਾ ਹੈ। ਜਪ ਮਨ ਮੇਰੇ ਤੂੰ ਏਕੋ ਨਾਮ। ਸਤਿਗੁਰੂ ਜੀ ਨੇ ਇਸ ਸ਼ਬਦ ਦੇ ਉੱਤੇ ਬਹੁਤ ਜ਼ੋਰ ਦਿੱਤਾ ਔਰ ਬਹੁਤ ਵਾਰ ਸਮਝਾਇਆ ਕਿ ਮੇਰੇ ਮਨਾ ਪਰਮਾਤਮਾ ਦਾ ਨਾਮ ਹੀ ਇੱਕੋ ਇੱਕ ਸਾਧਨ ਹੈ ਜਿਹਦੇ ਨਾਲ ਤੇਰੇ ਮਨ ਦੀ ਮੈਲ ਲੈ ਸਕਦੀ ਹੈ। ਸਤਿਗੁਰੂ ਪਾਤਸ਼ਾਹ ਜੀ ਨੇ ਇੱਥੇ ਸਾਨੂੰ ਜਿੱਥੇ ਸਮਝਾਇਆ ਉੱਥੇ ਤਾੜਨਾ ਵੀ ਕੀਤੀ ਹੈ ਕਿ ਤੂੰ ਆਪਣੇ ਜੀਵਨ ਨੂੰ ਵੇਖ ਲਈ, ਜਦੋਂ ਤੱਕ ਭਉ ਭਗਤੀ ਸਿਮਰਨ ਇਸ ਤਨ ਵਿੱਚ ਨਹੀਂ ਹੈ, ਉਦੋਂ ਤੱਕ ਤੇਰਾ ਜਿਹੜਾ ਇਹ ਤਨ ਹੈ ਵਿਅਰਥ ਹੈ। ਵਿਅਰਥ ਹੀ ਨਹੀਂ, ਕੇਵਲ ਇਹ ਕਾਵਾਂ ਕੁੱਤਿਆਂ ਵਰਗਾ ਹੈ। ਜੇ ਕਿਸੇ ਮਨੁੱਖ ਨੂੰ ਉੱਦਾਂ ਕਹਿ ਦਈਏ ਨਾ ਕਿ ਤੇਰਾ ਜੀਵਨ ਤੇ ਤੂੰ ਕੁੱਤੇ ਵਰਗਾ ਹੈ, ਤੇ ਉਹ ਭਾਰੀ ਗੁੱਸੇ ਹੋਵੇਗਾ, ਬਲਕਿ ਲੜੀ ਪਵੇਗਾ, ਸੱਟ ਫੇਟ ਵੀ ਮਾਰ ਦੇਵੇਗਾ। ਪਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਕਿ ਭਾਈ ਇਸ ਮਨ ਦੇ ਵਿੱਚ ਜਦੋਂ ਤੱਕ ਪਰਮਾਤਮਾ ਦਾ ਭਜਨ ਸਿਮਰ ਨਹੀਂ, ਬੰਦਗੀ ਨਹੀਂ, ਜਾਂ ਮੈਂ ਭਜਨ ਰਾਮ ਕੋ ਨਾਹੀ ਤੇ ਨਰਮ ਜਨਮ ਅਕਾਰਥਕ ਹੋਇਓ। ਕਹਿੰਦੇ ਭਾਈ ਜਿਹੜੇ ਹਿਰਦੇ ਵਿੱਚ ਪਰਮਾਤਮਾ ਦਾ ਸਿਮਰਨ ਭਜਨ ਨਹੀਂ, ਉਹਦਾ ਜਨਮ
ਅਕਾਰਥ ਹੀ ਚਲਿਆ ਗਿਆ। ਇਸ ਵਾਸਤੇ ਸਤਿਗੁਰੂ ਜੀ ਦਾ ਇਹ ਹੁਕਮ ਹੈ ਕਿ ਭਾਈ ਜਦੋਂ ਤੱਕ ਭਉ ਭਗਤੀ ਪਰਮਾਤਮਾ ਦਾ ਸਿਮਰਨ ਤੂੰ ਇਸ ਵਿੱਚ ਜੁੜਿਆ ਨਹੀਂ, ਉਦੋਂ ਤੱਕ ਤੇਰਾ ਜਨਮ ਵਿਅਰਥ ਹੈ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ, ਜਪ ਮਨ ਮੇਰੇ ਤੂੰ ਏਕੋ ਨਾਮ। ਹੇ ਮੇਰੇ ਮਨਾ, ਤੂੰ ਇੱਕ ਨਾਮ ਨੂੰ ਜਪਣਾ ਕਰ। ਤੇ ਹਜ਼ੂਰ ਦਾ ਹੁਕਮ ਕੀ ਹੈ ਭਾਈ? ਏਕ ਭਗਤ ਭਗਵਾਨ ਜਹ ਪ੍ਰਾਨੀ ਕੈ ਨਾਹੇ ਮਨ, ਜੈਸੇ ਸੂਕਰ ਸਵਾਨ ਨਾਨਕ ਮਾਨੋ ਤਾਹੇ ਤਨ। ਇੱਕ ਪ੍ਰਭੂ ਦੀ ਭਗਤੀ ਜਦੋਂ ਤੱਕ ਸਾਡੇ ਮਨ ਵਿੱਚ ਨਹੀਂ, ਉਸ ਤਨ ਨੂੰ ਸਮਝੋ ਕਿ ਇਹ ਕੁੱਤੇ ਤੇ ਕਾਵਾਂ ਵਰਗਾ, ਸੂਰ ਵਰਗਾ ਹੈ। ਇਸ ਵਾਸਤੇ ਭਾਈ ਹਜ਼ੂਰ ਦਾ ਹੁਕਮ ਤੀਸਰੇ ਪਾਤਸ਼ਾਹ ਜੀ ਰਹਿਮਤ ਕਰ ਰਹੇ ਨੇ, ਜਪ ਮਨ ਮੇਰੇ। ਹੇ ਮੇਰੇ ਮਨਾ, ਕਾਹਦੀ ਢਿੱਲ ਕੀਤੀ ਭਾਈ? ਕੋਈ ਹੈ ਮੁਸ਼ਕਲ ਤੈਨੂੰ? ਕੋਈ ਇਹੋ ਜਿਹਾ ਸ਼ਬਦ ਹੈ ਜਿਹੜਾ ਤੂੰ ਜਪ ਹੀ ਨਹੀਂ ਸਕਦਾ? ਤੈਨੂੰ ਕੋਈ ਇਹੋ ਜਿਹਾ ਮੰਤਰ ਦੇਤਾ ਜਿਹਦੀ ਤੈਨੂੰ ਉਚਾਰਨਾ ਨਹੀਂ ਆਉਂਦੀ? ਨਹੀਂ ਭਾਈ, ਇਹ ਤੇ ਸਤਿਗੁਰੂ ਨੇ ਭਰਮ ਹੀ ਕੱਢ ਦਿੱਤੇ। ਜੋ ਪ੍ਰਾਣੀ ਗੋਬਿੰਦ ਧਿਆਵੈ, ਪੜ੍ਹਿਆ ਅਨਪੜ੍ਹਿਆ ਪਰਮਗਤ ਪਾਵੈ। ਗੋਬਿੰਦ ਨੂੰ ਧਿਆਉਣ ਵਾਸਤੇ ਮਹਾਰਾਜ ਨੇ ਸਾਨੂੰ ਵਾਹਿਗੁਰੂ ਮੰਤਰ ਇੰਨਾ ਸੌਖਾ ਦੇ ਦਿੱਤਾ ਕਿ ਸਾਰੇ ਹੀ ਜਪ ਸਕਦੇ। ਸਾਰੇ ਜਪਿਓ ਭਾਈ। ਆਪਾਂ ਹਾਜ਼ਰੀ ਤੇ ਲਵਾ ਹੀ ਲਈਏ। ਸਤਿਗੁਰੂ ਪਾਤਸ਼ਾਹੀ ਦਾ ਹੁਕਮ ਹੈ, ਜਪ ਮਨ ਮੇਰੇ ਤੂੰ ਏਕੋ ਨਾਮ। ਆਪਾਂ ਸਾਰੇ ਗੱਜ ਕੇ ਜਪ ਲਿਓ। ਸਾਰੀ ਸੰਗਤ ਦੀ ਹਾਜ਼ਰੀ ਵੀ ਲੱਗ ਜਾਵੇਗੀ, ਸਤਿਗੁਰੂ ਦੀ ਰਹਿਮਤ ਵੀ ਹੋਵੇਗੀ। ਵਾਹਿਗੁਰੂ 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 ਵਾਹਿਗੁਰੂ। ਸਾਰੇ ਬੋਲੋ ਭਾਈ। ਵਾਹਿਗੁਰੂ 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 ਵਾਹਿਗੁਰੂ। ਹਜ਼ੂਰ ਦਾ ਹੁਕਮ ਹੈ, ਜਪ ਮਨ ਮੇਰੇ ਤੂੰ ਏਕੋ ਨਾਮ। ਇਸ ਨਾਮ ਦੇ ਲਾਭ ਹੀ ਇੰਨੇ ਆ ਭਾਈ। ਦੁਨੀਆ ਦੇ ਵਿੱਚ ਜਿੰਨੇ ਵੀ ਪਦਾਰਥ ਨੇ, ਜਿੰਨੇ ਅਹੁਦੇ ਮਰਾਤਬੇ ਨੇ, ਜਿੰਨੇ ਦੁਨੀਆ ਦੇ ਰਾਜ ਤਖਤੇ ਨੇ, ਮਹਾਰਾਜ ਕਹਿੰਦੇ ਭਾਈ ਇਹ ਨਾਮ ਦੇ ਨਾਲ ਪ੍ਰਾਪਤ ਹੋ ਜਾਂਦੇ। ਨਾਮ ਦੇ ਨਾਲ ਇਸ ਦੀ ਪ੍ਰਾਪਤੀ ਹੋ ਜਾਂਦੀ ਹੈ। ਇਸ ਵਾਸਤੇ ਨਾਮ ਦੀ ਸ਼ਕਤੀ ਬਹੁਤ ਹੀ ਜ਼ਿਆਦਾ ਹੈ। ਇਸ ਵਾਸਤੇ ਸਤਿਗੁਰੂ ਪਾਤਸ਼ਾਹ ਜੀ ਨੇ ਫਰਮਾਇਆ ਕਿ ਭਾਈ ਤੂੰ ਪਰਮਾਤਮਾ ਦਾ ਨਾਮ ਜਪ। ਜਦੋਂ ਭਗਤ ਸੋ ਧਰੂ ਨੂੰ ਪਿਤਾ ਦੀ ਗੋਦ ਵਿੱਚੋਂ ਮਾਤਾ ਨੇ ਕੱਢ ਦਿੱਤਾ, ਮਤਰੇਈ ਮਾਂ ਨੇ, ਹੌਂਕੇ ਲੈ ਕੇ ਰੋਣ ਲੱਗਾ। ਮਾਤਾ ਨੂੰ ਆਪਣੀ ਨੂੰ ਪੁੱਛਦਾ, ਜਿਹੜੀ ਅਸਲੀ ਮਾਂ ਸੀ, ਮਾਂ ਮੇਰੀ ਦੂਸਰੀ ਮਾਂ ਨੇ ਕਿਉਂ ਗੋਦ ਵਿੱਚੋਂ ਕੱਢ ਦਿੱਤਾ? ਤੂੰ ਵੀ ਰਾਜੇ ਦੀ ਰਾਣੀ ਹੈ ਕਿ ਤੂੰ ਨੌਕਰਾਣੀ ਆ? ਹੁਣ ਕਿਹਾ, ਪੁੱਤਰ ਮੈਂ ਤੇਰੇ ਪਿਤਾ ਦੀ ਕੇਵਲ ਰਾਣੀ ਪਟਰਾਣੀ ਨਹੀਂ, ਬਲਕਿ ਤੇਰੇ ਨਾਨੇ ਦੇ ਘਰ ਜਦੋਂ ਮੈਂ ਪੈਦਾ ਹੋਈ ਨਾ, ਉਹ ਵੀ ਇੱਕ ਰਾਜਾ ਸੀ। ਮੈਂ ਰਾਜੇ ਦੀ ਪੁੱਤਰੀ ਹਾਂ ਤੇ ਰਾਜੇ ਦੇ ਹੀ ਘਰ ਵਾਲੀ ਹਾਂ, ਮੈਂ ਕੋਈ ਨੌਕਰਾਣੀ ਨਹੀਂ ਹਾਂ। ਤੇ ਫਿਰ ਮਾਤਾ, ਇਸ ਢੰਗ ਦੇ ਨਾਲ ਤਾਂ ਮੈਨੂੰ ਰਾਜ ਮਿਲਣਾ ਹੈ ਨਾ, ਮੈਂ ਆਪਣਾ ਪਿਤਾ ਹੀ ਇਹਨੂੰ ਸਵੀਕਾਰ ਕਰ ਸਕਦਾ, ਪੁੱਤਰ ਹੀ ਮੈਨੂੰ ਤਸਲੀਮ ਨਹੀਂ ਕਰਨਾ। ਕਿਉਂਕਿ ਮਤਰੇਈ ਮਾਂ ਕਹਿੰਦੀ ਹੈ, ਜੋ ਜੇ ਤੂੰ ਪ੍ਰਹਲਾਦ ਦਾ ਪੁੱਤਰ ਕਹਾਉਣਾ ਹੈ, ਜੇ ਤੂੰ ਆਪਣੇ ਪਿਤਾ ਦਾ ਪੁੱਤਰ ਕਹਾਉਣਾ ਹੈ, ਤੇ ਫਿਰ ਮੇਰੇ ਪੇਟ ਦੇ ਰਾਹੀਂ ਜਨਮ ਲੈਣਾ ਸੀ ਤੂੰ। ਮੈਨੂੰ ਇਹੋ ਜਿਹੇ ਬਚਨ ਕਹੇ ਨੇ, ਤੇ ਫਿਰ ਮੈਨੂੰ ਰਾਜ ਮਿਲਣਾ ਹੀ ਨਹੀਂ। ਇਸ ਰਾਜ ਦਾ ਮਾਲਕ ਮੈਂ ਤਾਂ ਨਹੀਂ ਬਣ ਸਕਦਾ। ਮਾਂ ਬੜੀ ਸਿਆਣੀ ਸੀ, ਧਰੂ ਦੀ ਮਾਂ ਬਹੁਤ ਸਿਆਣੀ ਸੀ। ਸਾਧ ਸੰਗਤ ਨਹੀਂ ਕਿਹਾ
ਕਿ ਪੁੱਤਰ ਜਰਾ ਕੁ ਵੱਡਾ ਹੋਈ, ਕੋਈ ਗੱਲ ਨਹੀਂ, ਤੈਨੂੰ ਮੈਂ ਹਥਿਆਰ ਦੇਵਾਂਗੀ, ਤੂੰ ਯੁੱਧ ਲੜੀ, ਇਸ ਮਾਂ ਦਾ ਕਤਲ ਕਰ ਦੇਈਂ ਤੇ ਪਿਤਾ ਨੂੰ ਵੀ ਡਰਾ ਦੇ, ਤੈਨੂੰ ਰਾਜ ਦੇਗਾ, ਨਹੀਂ ਦੇਗ ਤਾਂ ਫੜ ਕੇ ਤੂੰ ਅੰਦਰ ਕਰ ਦੇਈਂ। ਇਹ ਨਹੀਂ ਕਿਹਾ। ਕੀ ਕਿਹਾ ਕਿ ਪੁੱਛਿਆ ਕਿ ਰਾਜ ਫਿਰ ਮਿਲੂ ਕਿਵੇਂ, ਕਿਸ ਉਦਮ ਤੇ ਰਾਜ ਮਿਲਾ? ਕਹਿੰਦੇ ਉਦਮ ਕਿਹੜਾ ਕਰੀਏ ਜੇ ਤੂੰ ਰਾਜ ਮਿਲ ਜਾਵੇ? ਤੇ ਸਿਆਣੀ ਮਾਂ ਨੇ ਕਿਹਾ ਪੁੱਤਰ ਪਰਮੇਸ਼ਰ ਆਰਾਧਿਆ ਜਿੱਦੋਂ ਹੋਈ ਹੈ ਪਤਿਤ ਪੁਨੀਤਾ। ਕਹਿੰਦੇ ਪਰਮੇਸ਼ਰ ਦੀ ਆਰਾਧਨਾ ਕਰੀ, ਸਾਡੇ ਵਿੱਚ ਕੋਈ ਦੋਸ਼ ਹੈ, ਮੇਰੇ ਵਿੱਚ ਵੀ ਕੋਈ ਦੋਸ਼ ਹੈ, ਔਗਣ ਹੈ, ਤੇ ਉਹਦੇ ਕਰਕੇ ਤੇਰੇ ਵਿੱਚ ਵੀ ਪ੍ਰਮਾਤਮਾ ਦੀ ਬੰਦਗੀ ਦੀ ਕਮੀ ਆ। ਇਸ ਕਰਕੇ ਜਦੋਂ ਪ੍ਰਭੂ ਦੀ ਪ੍ਰਮਾਤਮਾ ਦੀ ਆਰਾਧਨਾ ਕਰ ਨਿਕਲਿਆ, ਹਾਲੇ ਘਰੋਂ ਹੀ ਨਿਕਲਿਆ ਸੀ, ਨਾਰਦ ਮੁਨੀ ਨੇ ਰੋਕ ਲਿਆ ਸੀ ਕਿ ਆ ਤੈਨੂੰ ਰਾਜ ਦਵਾਵਾਂ। ਕਹਿੰਦਾ ਨਹੀਂ, ਹਲੇ ਤੇ ਮੈਂ ਚੱਲਿਆ ਹੀ ਆ। ਪ੍ਰਮਾਤਮਾ ਦੇ ਨਾਮ ਦੀ ਇੰਨੀ ਸ਼ਕਤੀ ਕਿ ਘਰੋਂ ਨਿਕਲਿਆ ਹੀ ਆ ਤੇ ਹੁਣੇ ਹੀ ਮੇਰੇ ਪਿੱਛੇ ਪਿੱਛੇ ਰਾਜ ਸਤਾ ਆਉਣ ਲੱਗੀ ਆ। ਨਹੀਂ, ਹੁਣ ਤੇ ਮੈਂ ਨਾਮ ਜਪਾਂਗਾ ਹੀ। 12 ਵਰੇ ਰਾਜ ਵਾਹਿਗੁਰੂ ਸਿਮਰਨ ਕਰਕੇ ਫੇਰ ਘਰ ਪਰਤਿਆ ਸੀ। ਸੋ ਸਾਧ ਸੰਗਤ, ਸਤਿਗੁਰੂ ਪਾਤਸ਼ਾਹ ਜੀ ਇੱਥੇ ਤਾਂ ਸਾਨੂੰ ਬਾਰ-ਬਾਰ ਕਹਿੰਦੇ ਨੇ, ਜਪ ਮਨ ਮੇਰੇ ਤੂੰ ਇੱਕੋ ਨਾਮ। ਐਵੇਂ ਨਾ ਤੂੰ ਮੜੀਆਂ ਮਸਾਣੀਆਂ 'ਚ ਤੁਰਿਆ ਫਿਰ, ਆ ਕੱਚੇ ਪਿੱਲਿਆਂ ਦੇ ਮਗਰ ਕਿਤੇ ਹਰੀਆਂ ਜਾਂ ਚਾਦਰਾਂ ਲੈ ਲੈ ਕੇ ਖੜੇ ਆ। ਬੜੀ ਸ਼ਰਮ ਆਉਂਦੀ ਆ ਜਦੋਂ ਸਾਧ ਸੰਗਤ ਜੀ ਵੇਖਦੇ ਆ ਕਿ ਗਲਾਂ 'ਚ ਗਾਤਰੇ ਪਾਏ ਹੁੰਦੇ ਆ ਤੇ ਚਾਦਰਾਂ ਲੈ ਕੇ ਕਬਰਾਂ ਤੇ ਚੜਾਉਣ ਨੂੰ ਖੜੇ ਹੁੰਦੇ ਆ। ਸਿੱਖੋ ਕਿੱਧਰ ਨੂੰ ਤੁਰ ਪਏ ਆਪਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬੜੀ ਵੱਡੀ ਸ਼ਕਤੀ ਨਾਲ ਜੋੜਿਆ ਹੈ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੋਂ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਸਭ ਤੋਂ ਵੱਡਾ ਸਤਿਗੁਰੂ ਨਾਨਕ ਦਾ ਦਰ। ਇਸ ਦਰ ਨੂੰ ਛੱਡ ਕੇ ਹੋਰ ਦਰਾਂ ਤੇ ਜਾਵਾਂਗੇ? ਨਹੀਂ, ਤੁਧ ਨੂੰ ਛੋੜ ਜਾਈਐ ਪ੍ਰਭ ਕਹਿ ਧਰ, ਆਨਾ ਬੀਆ ਤੇਰੀ ਸੰਸਰ, ਤੇਰੇ ਬਰਾਬਰ ਕੋਈ ਨਹੀਂ ਦੁਨੀਆ 'ਚ ਹੋ ਰਹੇਗਾ। ਇਸ ਕਰਕੇ ਜਪ ਮਨ ਮੇਰੇ ਤੂੰ ਇੱਕੋ ਨਾਮ। ਤੈਨੂੰ ਪੰਜਾਂ ਪਿਆਰਿਆਂ ਨੇ ਕਲਗੀਧਰ ਪਾਤਸ਼ਾਹ ਦੀ ਕਿਰਪਾ ਦੁਆਰਾ, ਉਹਦੀ ਸ਼ਕਤੀ ਦੁਆਰਾ ਤੈਨੂੰ ਸਤਿਗੁਰੂ ਨਾਲ ਜੋੜਿਆ ਹੈ। ਤੇ ਤੂੰ ਕਿਉਂ ਨਹੀਂ ਭਾਈ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਪੰਜਾਂ ਪਿਆਰਿਆਂ ਦੇ ਪੇਸ਼ ਹੋ ਕੇ ਤੇ ਇਸ ਸ਼ਕਤੀ ਨਾਲ ਜੁੜ ਜਾਂਦਾ? ਸਾਧ ਸੰਗਤ ਜੀ, ਭਾਵਾਂ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਹੈ, ਘਰਾਂ ਵਿੱਚ ਬਿਜਲੀ ਦੀ ਫਿਟਿੰਗ ਹੋਵੇ, ਬਲਬ ਲੱਗੇ ਹੋਣ, ਚੰਗੇ ਚੰਗੇ ਝੂਮਰ ਲੱਗੇ ਹੋਣ, ਪਰ ਜਗਦੇ ਤਾਂ ਨਹੀਂ। ਮੀਟਰ ਦੇ ਨਾਲ ਕਨੈਕਸ਼ਨ ਤਾਂ ਦੇਣਾ ਪੈਂਦਾ ਨਾ, ਫੇਰ ਹੀ ਜਗਦੇ ਆ ਨਾ। ਸਾਧ ਸੰਗਤ ਜੀ, ਜਦੋਂ ਤੱਕ ਪੰਜਾਂ ਪਿਆਰਿਆਂ ਕੋਲੋਂ ਪਰਮਿਸ਼ਨ ਲੈ ਕੇ ਕਨੈਕਸ਼ਨ ਜੋੜਦੇ ਨਹੀਂ, ਉਦੋਂ ਤੱਕ ਗੱਲ ਨਹੀਂ ਜੇ ਬਣਦੀ। ਪੰਜਾਂ ਪਿਆਰਿਆਂ ਤੋਂ ਕਨੈਕਸ਼ਨ ਲਓ ਤੇ ਫੇਰ ਨਿਤਾ ਪ੍ਰਤੀ ਸ਼ਕਤੀ ਚਾਹੀਦੀ ਹੈ ਨਾ। ਪਿੱਛੋਂ ਬਿਜਲੀ ਆਉਂਦੀ ਰਹੇ ਤੇ ਤਾਂ ਹੀ ਜਗਦੀ ਹੈ ਨਾ। ਤੇ ਸਾਧ ਸੰਗਤ, ਇਹ ਜਿਹੜਾ ਵਾਹਿਗੁਰੂ ਦਾ ਸਿਮਰਨ ਆਪਾਂ ਹੁਣ ਕੀਤਾ ਨਾ, ਇਹ ਪੰਜ ਪਿਆਰੇ ਸਾਨੂੰ ਹੁਕਮ ਕਰਦੇ ਨੇ ਕਿ ਭਾਈ ਇਹ ਰੋਜ਼ ਵਾਹਿਗੁਰੂ ਦਾ ਸਿਮਰਨ ਕਰਨਾ ਹੈ, ਨਾਮ ਜਪਣਾ ਹੈ, ਨਿਤਨੇਮ ਕਰਨਾ ਹੈ। ਪੰਜ ਬਾਣੀਆਂ ਪੜ੍ਹ ਕੇ ਅੰਮ੍ਰਿਤ ਤਿਆਰ ਹੁੰਦਾ, ਖੰਡੇ ਬਾਟੇ ਦਾ ਅੰਮ੍ਰਿਤ। ਸਾਧ ਸੰਗਤ ਜੀ, ਜਿੰਨਾ ਅਸੀਂ ਵੱਧ ਬਾਣੀ ਪੜਾਂਗੇ ਵੱਧ ਸ਼ਕਤੀ ਮਿਲੂਗੀ। ਅੱਜ ਸਾਡੀ ਬਦਕਿਸਮਤੀ ਹੈ ਕਿ ਪੰਜਾਂ ਬਾਣੀਆਂ ਤੋਂ ਵੀ ਥੱਲੇ ਨੂੰ ਆ ਰਹੇ ਆ, ਵੀ ਘੱਟ ਹੀ ਪੜ੍ਹ ਲਓ, ਥੋੜੇ ਨਾਲ ਹੀ ਸਾਰ ਲਓ, ਉਨੀ ਸ਼ਕਤੀ ਘਟ ਜੂ ਭਾਈ। ਇਹ ਤਾਂ ਸਿੱਧਾ ਜਿਹਾ ਪਮਾਨਾ ਹੈ ਨਾ। ਸਾਧ ਸੰਗਤ ਜੀ, ਜਿੰਨੀ ਅਸੀਂ ਗੁਰੂ ਕੀ ਬਾਣੀ ਵੱਧ ਪੜਾਂਗੇ ਤੇ ਵੱਧ ਸ਼ਕਤੀ ਮਿਲੂਗੀ, ਇਹ ਤਾਂ ਆਪਾਂ ਨੂੰ ਪਤਾ ਹੀ ਹੈ ਨਾ। ਇੱਕ ਅਸੂਲ ਹੈ, ਉਸ ਅਸੂਲ ਵਿੱਚ ਖਿਆਮਤ ਨਾ ਪਾਓ, ਕਿਉਂਕਿ ਸਤਿਗੁਰੂ ਪਾਤਸ਼ਾਹ ਜੀ ਅੱਗੇ ਫੇਰ ਫਰਮਾਉਣਗੇ ਕਿ ਇਸ ਮਨ ਨੂੰ ਜੋੜਨ ਰੱਖਣ ਵਾਸਤੇ ਸਾਨੂੰ ਕੀ ਸਾਧਨ ਚਾਹੀਦੇ ਆ। ਇੰਨੇ ਕੁ ਸਾਧਨ 2.5 ਘੰਟਿਆਂ ਦੇ ਤਾਂ ਆਪਾਂ ਨੂੰ ਦੇ ਹੀ ਦਿੱਤੇ ਨਾ, ਵੀ ਭਾਈ ਪੰਜ ਬਾਣੀਆਂ ਪੜ੍ਹੋ, ਰਹਿ ਰਸ ਦਾ ਪਾਠ ਕਰੋ, ਕੀਰਤਨ ਸੋਹਲੇ ਦਾ ਪਾਠ ਕਰੋ, ਗੁਰੂ ਕੀ ਸੰਗਤ ਕਰੋ, ਗੁਰੂ ਕੇ ਘਰ ਵਿੱਚ ਆ ਕੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਦੀਦਾਰੇ ਕਰੋ। ਇੰਨਾ ਕੁ ਸਮਾਂ ਕੱਢੋਗੇ ਤੇ 2.5 ਘੰਟੇ 3 ਘੰਟੇ ਲੱਗ ਹੀ ਜਾਣੇ। ਜਦੋਂ ਇੰਨਾ ਸਮਾਂ ਲੱਗ ਗਿਆ ਤੇ ਫਿਰ ਇੱਥੋਂ ਕੁਝ ਨਾ ਕੁਝ ਜਾਗ ਵੀ ਲੱਗੇਗੀ ਮਨ ਨੂੰ। ਰਾਹ 'ਚ ਜਾਂਦਿਆਂ ਵੀ ਜਪਾਂਗੇ, ਆਉਂਦਿਆਂ ਵੀ ਜਪਾਂਗੇ, ਕੰਮ ਕਰਦਿਆਂ ਵੀ ਜਪ ਸਕਦੇ ਹਾਂ। ਜਿਵੇਂ ਜਿਵੇਂ ਗੁਰੂ ਦੀ ਬਖਸ਼ਿਸ਼ ਹੋਵੇਗੀ, ਇਹ ਸਾਡਾ ਸਾਧ ਸੰਗਤ ਜੀ ਮੂਲ ਵੱਧਦਾ ਹੀ ਜਾਏਗਾ, ਵੱਧਦਾ ਹੀ ਜਾਏਗਾ। ਐਵੇਂ ਨਹੀਂ ਮਹਾਰਾਜ ਨੇ ਕਿਹਾ ਟੋਟ ਨਾ ਆਵਾ ਵਾਧੋ ਜਾਈ, ਇਹ ਖਜ਼ਾਨਾ ਹੈ ਸਾਡਾ ਖਜ਼ਾਨਾ। ਮਹਾਰਾਜ ਕਹਿੰਦੇ ਵਧਣਾ ਹੀ ਹੈ ਭਾਈ, ਇਹ ਘਟਣਾ ਨਹੀਂ। ਤੂੰ ਇਹਦੇ ਨਾਲ ਜੁੜ ਸਹੀ, ਇਹਦੇ ਤੇ ਤੁਰ ਸਹੀ, ਇਸ ਰਸਤੇ ਤੇ
ਫਿਰ ਸਤਿਗੁਰੂ ਪਾਤਸ਼ਾਹ ਦੀ ਕਿਰਪਾ ਹੋਣੀ ਹੈ। ਸਤਿਗੁਰ ਦੀਆ ਮੋਕੋ ਇਹੋ ਨਿਧਾਨ। ਕਹਿੰਦੇ ਭਾਈ ਧੰਨ ਗੁਰੂ ਨਾਨਕ ਸਾਹਿਬ ਜੀ ਨੇ, ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਹੁਕਮ ਹੈ। ਕਹਿੰਦੇ ਸਾਨੂੰ ਧੰਨ ਗੁਰੂ ਨਾਨਕ ਸਾਹਿਬ ਜੀ ਨੇ, ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਹ ਨਿਧਾਨ ਖਜ਼ਾਨਾ ਬਖਸ਼ਿਆ। ਅਥਵਾ ਗੁਰਸਿੱਖੋ ਅਕਾਲ ਪੁਰਖ ਵਾਹਿਗੁਰੂ ਦੀ ਰੱਬੀ ਬਾਣੀ ਆਈ ਹੈ। ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇਲਾ ਲੋ। ਕਹਿੰਦੇ ਇਹ ਰੱਬ ਦੀ ਬਾਣੀ ਆਈ ਹੈ, ਇਹ ਧੁਰ ਕੀ ਬਾਣੀ ਆਈ ਹੈ, ਇਹ ਉੱਪਰੋਂ ਗਿਆਨ ਆਇਆ। ਇਹ ਗਿਆਨ ਦੇ ਰਾਹੀਂ ਸਾਨੂੰ ਕੀ ਹੋਇਆ ਭਾਈ? ਸਤਿਗੁਰ ਦੀਆ ਮੋਕੋ ਇਹੋ ਨਿਧਾਨ। ਕਹਿੰਦੇ ਇਹ ਖਜ਼ਾਨਾ ਅਕਾਲ ਪੁਰਖ ਵਾਹਿਗੁਰੂ ਨੇ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਰਾਹੀਂ ਸਾਨੂੰ ਬਖਸ਼ਿਸ਼ ਕੀਤਾ ਹੈ। ਆਪ ਬਖਸ਼ਿਸ਼ ਕਰ ਰਹੇ ਨੇ ਕਿ ਭਾਈ ਇਸ ਖਜ਼ਾਨੇ ਤੋਂ ਪਾਸੇ ਨਾ ਹੋ ਜਿਓ। ਇਹ ਵਾਹਿਗੁਰੂ ਨਾਮ ਦਾ ਖਜ਼ਾਨਾ ਅਕਾਲ ਪੁਰਖ ਨੇ ਬਖਸ਼ਿਆ ਹੈ। ਰਹਾਉ ਵਿਸਰਾਮ ਦੇ ਕੇ ਕਿਰਪਾ ਕਰ ਰਹੇ ਹਨ। ਸਿੱਧਾ ਕੇ ਆਸਨ ਜੇ ਸਿੱਖਾ। ਤੇ ਹੁਣ ਫਰਮਾਉਂਦੇ ਹਨ ਜਿਹੜੇ ਸਿੱਧ ਬੈਠੇ ਸੀ ਨਾ, ਉਹ ਪੁੱਛਦੇ ਨੇ ਕਿ ਮਹਾਰਾਜ ਜੇ ਸਿੱਧਾ ਦੇ ਆਸਨਾਂ ਤੋਂ ਸਿੱਖਿਆ ਲਈਏ। ਸਾਧ ਸੰਗਤ ਜੀ ਤੁਸੀਂ ਪੜ੍ਹ ਕੇ ਵੇਖਿਓ ਪਤੰਜਲੀ ਨੂੰ, ਜਦੋਂ ਇਹਨੂੰ ਪੜ੍ਹਾਂਗੇ ਨਾ, ਇਹ ਬੜੇ ਔਖੇ ਆਸਨ ਨੇ। 24 ਆਸਨ ਇਹਦੇ ਚੋਂ ਮੁੱਖ ਮੰਨੇ ਗਏ ਨੇ ਤੇ ਬੜੇ ਬੜੇ ਔਖੇ ਆਸਨ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਭਾਈ ਜੇ ਸਿੱਖਿਆ ਇਹ ਲੈਣੀ ਕਰੋ ਕਿ ਅਸੀਂ 84 ਆਸਨ ਲਾਉਣੇ ਸਿੱਖ ਗਏ ਹਾਂ, ਇਹਦੇ ਵਿੱਚੋਂ ਪ੍ਰਾਪਤੀ ਕੀ ਹੋਵੇਗੀ? ਇੰਦਰੀ ਵਸ ਕਰ ਕਮਾਏ। ਕਹਿੰਦੇ ਭਾਈ ਇੰਦਰੀਆਂ ਨੂੰ ਵੀ ਵਸ ਕਰ ਲਵੇ। ਜਿਹੜੇ ਸਾਡੇ ਕਰਮ ਇੰਦਰੇ ਹਨ ਇਹਨਾਂ ਨੂੰ ਗਿਆਨ ਇੰਦਰੇ ਨਾਲ ਜੋੜਨ ਵਾਸਤੇ ਇਹਨਾਂ ਨੂੰ ਵਸ 'ਚ ਕਰ ਲਵੇ। ਵਸ ਕਿਵੇਂ ਕਰ ਲਵੇ? ਕਹਿੰਦੇ ਜਿਹੜੇ ਸਿੱਧ ਆਸਨ ਨੇ ਨਾ, ਉਹ ਤਾਂ ਇਹ ਕਹਿੰਦੇ ਆ ਪਰਾਈ ਨਿੰਦਿਆ ਸੁਣਨ ਤੋਂ ਕੰਨ ਬੰਦ ਕਰ ਲਓ, ਕੰਨਾਂ ਵਿੱਚ ਰੂੰ ਦੇ ਲਓ, ਨਿੰਦਿਆ ਨਾ ਸੁਣੋ। ਕਹਿੰਦੇ ਜ਼ੁਬਾਨ ਬੰਦ ਕਰ ਲਓ, ਕਿਸੇ ਦੀ ਨਿੰਦਿਆ ਕਰਨ ਤੋਂ ਰੁਕ ਜਾਏਗੀ। ਅੱਖਾਂ ਬੰਦ ਕਰ ਲਓ, ਪਰਾਇਆ ਰੂਪ ਦੇਖਣ ਤੋਂ ਰੁਕ ਜਾਏਗਾ। ਮਹਾਰਾਜ ਕਹਿੰਦੇ ਇਹ ਤਰੀਕਾ ਨਹੀਂ। ਸਤਿਗੁਰੂ ਪਾਤਸ਼ਾਹ ਜੀ ਨੇ ਸਮਝਾਉਣਾ ਕੀਤਾ ਕਿ ਭਾਈ ਜਿਨ੍ਹਾਂ ਨੂੰ ਅਕਾਲ ਪੁਰਖ ਨੇ ਨੇਤਰ ਨਹੀਂ ਦਿੱਤੇ, ਜਿਹੜੇ ਅੰਨੇ ਤੇ ਬੋਲੇ ਨੇ, ਗੂੰਗੇ ਨੇ, ਕੀ ਉਹਨਾਂ ਨੂੰ ਵਿਕਾਰ ਨਹੀਂ ਫੁਰਦੇ? ਨਹੀਂ, ਵਿਕਾਰ ਉਹਨਾਂ ਨੂੰ ਹੀ ਫੁਰਦੇ ਨੇ। ਦਸਮ ਪਾਤਸ਼ਾਹ ਜੀ ਨੂੰ ਪੁੱਛਿਆ ਸੀ ਨਾ, ਕਹਿੰਦੇ ਜਿਹੜੇ ਮਹਾਰਾਜ ਅੱਖਾਂ ਮੀਚ ਮੀਚ ਕੇ ਸਮਾਧੀ ਲਾਉਂਦੇ ਆ, ਉਹਨਾਂ ਬਾਰੇ ਆਪ ਜੀ ਦਾ ਕੀ ਖਿਆਲ ਹੈ? ਮਹਾਰਾਜ ਕਹਿੰਦੇ ਭਾਈ ਜਿਹੜੇ ਅੱਖਾਂ ਮੀਚਦੇ ਨਾ, ਵੱਧ ਤੋਂ ਵੱਧ ਉਹਨਾਂ ਨੂੰ ਅੰਨਿਆਂ ਦੀ ਪਦਵੀ ਦਿੱਤੀ ਜਾ ਸਕਦੀ, ਅੰਨਿਆਂ ਦੀ ਪਦਵੀ। ਕਹਿੰਦੇ ਇਹ ਹੀ ਉਹਨਾਂ ਦੀ ਕਮਾਈ ਆ। ਇੱਥੇ ਸਤਿਗੁਰੂ ਪਾਤਸ਼ਾਹ ਜੀ ਫਰਮਾਉਂਦੇ ਹਨ, ਸੋ ਹਜ਼ੂਰ ਦਾ ਹੁਕਮ ਹੈ ਕਿ ਜਿਹੜੇ 84 ਆਸਣ ਹੈ ਨਾ, ਇਹ ਵੀ ਕਰ ਕਰਕੇ ਵੇਖ ਲੈ। ਸਤਿਗੁਰੂ ਪੰਚਮ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ। ਮੋਣ ਭਇਓ ਕਰ ਪਾਤੀ ਰਹਿਓ, ਨਗਨ ਫਿਰਿਓ ਬਣਮਾਹੀ, ਤੜ ਤੀਰ ਸਭ ਧਰਤੀ ਭਰਮਿਓ, ਦੁਬਦਾ ਛੁਟਕੈ ਨਾਹੀ। ਕਹਿੰਦੇ ਇਹ ਦੁਬਦਾ ਛੁੱਟਦੀ ਨਹੀਂ, ਸਾਰੀ ਧਰਤੀ ਭਰਮ ਕੇ ਵੇਖ ਲਈ। ਸੋ ਸਿੱਧ 84 ਆਸਨ ਲਾਉਂਦੇ ਆ ਨਾ, ਕਹਿੰਦੇ ਇਹ ਵੀ ਲਾ ਕੇ ਵੇਖ ਲੈ। ਇਹਨਾਂ ਦੇ ਵਿੱਚ ਵੀ ਮਨ ਦਾ ਟਿਕਾ ਨਹੀਂ ਆਉਂਦਾ, ਇਹਦੇ ਵਿੱਚ ਵੀ ਜਿਹੜੀ ਮਨ ਦੀ ਬਿਰਤੀ ਹੈ ਉਹ ਨਹੀਂ ਜੁੜਦੀ। ਸਤਿਗੁਰੂ ਜੀ ਪਾਤਸ਼ਾਹ ਫਰਮਾਉਂਦੇ ਹਨ ਕਿ ਭਾਈ ਜੇ 84 ਆਸਨ ਲਾਉਣੇ ਸਿੱਖ ਲਵੇ ਤੇ ਇੰਦਰੀ ਵਸ ਕਰਕੇ, ਇੰਦਰੀਆਂ ਵਿਕਾਰਾਂ ਤੋਂ ਵੀ ਰੋਕ ਕੇ ਜੇ ਕਮਾਈ ਕਰਨਾ ਚਾਹਵੇ ਤੇ ਇਹ ਅੱਖਾਂ ਤੇ ਪੱਟੀਆਂ ਬੰਨ੍ਹ ਕੇ, ਕੰਨ ਮੂੰਹ ਬੰਦ ਕਰਕੇ ਇਹਦੇ ਨਾਲ ਸਰਨਾ ਨਹੀਂ। ਸਾਨੂੰ ਹੁਕਮ ਕੀ ਆ? ਦੇਖ ਪਰਾਈਆਂ ਚੰਗੀਆਂ, ਮਾਵਾਂ ਭੈਣਾਂ ਧੀਆਂ ਜਾਣਾ, ਏਕੋ ਏਕਾ ਨਾਰੀ ਜਤੀ ਹੋਏ, ਪਰ ਨਾਰੀ ਧੀ ਭੈਣ ਵਖਾਣਾ। ਇਹ ਉਪਦੇਸ਼ ਹੈ ਕਿ ਭਾਈ ਵੇਖ ਕੇ ਅਣਡਿੱਠ ਕਰਨਾ, ਇਸ ਰਸਤੇ ਤੇ ਚੱਲਣਾ ਹੈ। ਸੋ ਇਸ ਵਾਸਤੇ ਸਤਿਗੁਰੂ ਪਾਤਸ਼ਾਹ ਜੀ ਫਰਮਾਉਂਦੇ ਹਨ ਕਿ ਭਾਈ ਅਸਲ ਵਿੱਚ ਸਿੱਧਾਂ ਦਾ ਆਸਨ ਕੀ ਹੈ? ਜਿਹੜਾ ਮਨ ਦੀ ਸਾਧਨਾ ਕਰਨੀ ਹੈ, ਮਨ ਨੂੰ ਰੋਕਣਾ ਹੈ, ਇੰਦਰੀਆਂ ਦੇ ਦਮਨ ਨੂੰ ਰੋਕਣਾ ਹੈ। ਇਹ ਅਸਲ ਵਿੱਚ ਵਸ ਕਰਕੇ ਵਾਹਿਗੁਰੂ ਨਾਮ ਦੀ ਕਮਾਈ ਕਰਨੀ ਚਾਹੀਦੀ ਹੈ। ਮਨ ਕੀ ਮੈਲ ਨਾ ਉਤਰਾ। ਕਿਉਂ ਭਾਈ? ਕਹਿੰਦੇ ਜੇ ਕੇਵਲ ਇਸ ਗੱਲ ਤੇ ਰਿਹਾ ਕਿ ਮੈਂ ਅੱਖਾਂ ਤੇ ਪੱਟੀਆਂ ਬੰਨ੍ਹ ਕੇ ਪਰਾਇਆ ਰੂਪ ਦੇਖਣ ਤੋਂ ਰੁਕ ਜਾਵਾਂਗਾ, ਨਿੰਦਿਆ ਕਰਨ ਤੋਂ ਰੁਕ ਜਾਵਾਂਗਾ, ਸੁਣਨ ਤੋਂ ਰੁਕ ਜਾਵਾਂਗਾ, ਸਤਿਗੁਰੂ ਪਾਤਸ਼ਾਹ ਜੀ ਫਰਮਾਉਂਦੇ ਨੇ ਮਨ ਦੀ ਮੈਲ ਇਹਨਾਂ ਕਰਨਾ ਕਰਕੇ ਉਤਰਨੀ ਨਹੀਂ।
ਮਨ ਦੀ ਮੈਲ ਨਹੀਂ ਲੈਣੀ। ਇਸ ਕਾਰਨ ਕਰਕੇ ਸਤਿਗੁਰੂ ਜੀ ਬੜੇ ਵਿਸਥਾਰ ਦੇ ਨਾਲ ਮਨ ਦੇ ਉੱਪਰ ਸਾਨੂੰ ਸਿੱਖਿਆ ਦੇ ਰਹੇ ਆ, ਜਿਹਦੀ ਸਾਨੂੰ ਰੋਜ਼ ਹੀ ਸਾਡੇ ਮਨ ਵਿੱਚ ਇਹ ਇੱਕ ਸ਼ਿਕਾਇਤ ਬਣੀ ਰਹਿੰਦੀ ਹੈ। ਉਸ ਮਨ ਨੂੰ ਸਮਝਾਉਣ ਵਾਸਤੇ ਸਤਿਗੁਰੂ ਜੀ ਆਪ ਰਹਿਮਤ ਕਰਦੇ ਨੇ। ਇਸ ਕਰਕੇ ਫਰਮਾਉਂਦੇ ਨੇ ਮਨ ਕੀ ਮੈਲ ਨਾ ਉਤਰੈ। ਇਸ ਤਰੀਕੇ ਦੇ ਨਾਲ ਕਹਿੰਦੇ ਭਾਈ ਬਾਹਰੋਂ ਕੰਨਾਂ ਨੂੰ ਰੋਕਣ ਵਾਸਤੇ ਜਾਂ ਇਹਨਾਂ ਸਾਧਨਾਂ ਦੇ ਨਾਲ ਮਨ ਦੀ ਮੈਲ ਨਹੀਂ ਉਤਰ ਸਕਦੀ, ਮਨ ਸਾਫ਼ ਨਹੀਂ ਹੋ ਸਕਦਾ। ਹਉਮੈ ਮੈਲ ਨਾ ਜਾਏ। ਕਹਿੰਦੇ ਹਉਮੈ ਵੱਧ ਜਾਏਗੀ। ਦੇਖੋ ਮੈਂ ਆਸਣ ਲਾਉਣ ਸਿੱਖ ਗਿਆ ਹਾਂ, ਮੇਰੇ ਵਰਗਾ ਕੋਈ ਨਹੀਂ। ਮੈਂ ਜੰਗਲਾਂ ਜਾ ਜਾ ਕੇ ਦੁਨੀਆ ਤੋਂ ਦੂਰ ਚਲਿਆ ਗਿਆ, ਨਾ ਕਿਸੇ ਦੀ ਨਿੰਦਾ ਸੁਣਾ ਨਾ ਕਿਸੇ ਦੀ ਕਰਾਂ। ਕਹਿੰਦੇ ਬਲਕਿ ਮਨ ਵਿੱਚ ਹੰਕਾਰ ਪੈਦਾ ਹੋ ਜਾਏਗਾ ਕਿ ਮੇਰੇ ਵਰਗਾ ਕੋਈ ਸਿੱਧ ਹੀ ਨਹੀਂ। ਸਿੱਧ ਪਰਬਤਾਂ ਤੇ ਚਲੇ ਗਏ ਸੀ ਨਾ। ਸਤਿਗੁਰੂ ਪਾਤਸ਼ਾਹ ਜੀ ਨੇ, ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਿੱਧਾਂ ਦਾ ਪਿੱਛਾ ਕੀਤਾ ਕਿ ਉਹਨਾਂ ਨੂੰ ਸਮਝਾਈਏ ਕਿ ਇਸ ਦੁਨੀਆ ਵਿੱਚ ਰਹੋ, ਦੁਨੀਆ ਨੂੰ ਵੀ ਸਮਝਾਓ, ਆਪ ਵੀ ਸਿੱਧੇ ਰਸਤੇ ਤੇ ਆਓ। ਜਦੋਂ ਵੇਖਿਆ ਕਿ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਗ੍ਰਸਤੀ ਹੁੰਦਿਆਂ ਹੋਇਆਂ ਵੀ ਸਾਨੂੰ ਉਪਦੇਸ਼ ਦੇਣਾ ਚਾਹੁੰਦੇ ਆ, ਤੇ ਮਨ ਵਿੱਚ ਹੰਕਾਰ ਕਰਕੇ ਸੁਮੇਰ ਪਰਬਤਾਂ ਤੋਂ ਉੱਚੇ ਉੱਡ ਗਏ। ਉੱਚੇ ਉੱਡ ਕੇ ਆਪਸ ਵਿੱਚ ਦੀ ਲੱਗੇ ਗੱਲਾਂ ਕਰਨ ਕਿ ਕਲਯੁਗ ਦਾ ਅਵਤਾਰ ਬਣਿਆ ਗੁਰੂ ਨਾਨਕ ਸਾਹਿਬ, ਪਰ ਸਾਡੀ ਰੀਸ ਥੋੜੋ ਕਰ ਲਏਗਾ। ਅਸੀਂ ਤੇ ਸੁਮੇਰ ਪਰਬਤਾਂ ਤੋਂ ਉੱਚੇ ਉੱਡ ਗਏ ਆ, ਇੱਥੇ ਤੇ ਆ ਹੀ ਨਹੀਂ ਸਕਦੇ। ਉਹ ਇਹ ਮਨ ਵਿੱਚ ਸੰਕਲਪ ਕਰਕੇ ਉੱਡ ਰਹੇ ਸਨ, ਤੇ ਸਤਿਗੁਰੂ ਦੀ ਖੜਾਂ ਇੱਕ ਸਿੱਧ ਦੇ ਸਿਰ ਵਿੱਚ ਵੱਜੀ। ਉਹਨੇ ਸੋਚਿਆ ਵੀ ਮੇਰੇ ਤੋਂ ਉੱਪਰ ਕੌਣ ਹੈ। ਜਦੋਂ ਉੱਪਰ ਧਿਆਨ ਧਰਿਆ ਕਿ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਹੈ, ਤੇ ਫਿਰ ਬੇਨਤੀ ਕੀਤੀ ਮਹਾਰਾਜ ਜਿੱਥੇ ਆਪ ਹੁਕਮ ਕਰੋ, ਆਪ ਜੀ ਦੇ ਨਾਲ ਅਸੀਂ ਵਿਚਾਰ ਕਰਨ ਵਾਸਤੇ ਤਿਆਰ ਹਾਂ, ਧੰਨਾ ਤੁਸੀਂ। ਫਿਰ ਸਰਨੀ ਪਏ ਸੀ ਸਾਧ ਸੰਗਤ। ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਫਰਮਾਉਂਦੇ ਨੇ ਕਿ ਮਨ ਦੀ ਮੈਲ ਇਸ ਢੰਗ ਦੇ ਨਾਲ ਉਤਰਦੀ ਨਹੀਂ, ਬਲਕਿ ਹਉਮੈ ਚੁੰਬੜ ਜਾਂਦੀ, ਹਉਮੈ ਦਾ ਹੰਕਾਰ ਹੋ ਜਾਂਦਾ ਹੈ ਕਿ ਸਾਡੇ ਵਰਗਾ ਹੋਰ ਕੋਈ ਨਹੀਂ। ਇਹ ਤੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਸੀ, ਤਾਰੇ ਗਿਣੇ ਜਾਤ ਤੇਰੇ ਤਾਰੇ ਨਾ ਗਨਾਤ ਹੈ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਤੰਜੀ ਕਿਹਾ ਨਾ ਸਭ ਤੇ ਵੱਡਾ ਸਤਿਗੁਰੂ ਨਾਨਕ। ਹੋਰ ਕੀ ਕਾਰਨ ਹੈ ਭਾਈ? ਵੱਡੇ ਵੱਡੇ ਹੰਕਾਰੀਆਂ ਦੇ ਉੱਪਰ ਜਾ ਕੇ ਸਤਿਗੁਰੂ ਪਾਤਸ਼ਾਹ ਜੀ ਨੇ ਕਿਰਪਾ ਕਰ ਦਿੱਤੇ। ਉਹਨਾਂ ਦੇ ਸਿਰ 'ਚ ਵੀ ਖੜਾਵਾਂ ਭਾਵਾਂ ਵੱਜੀਆਂ, ਪਰ ਐਸਾ ਉਪਦੇਸ਼ ਦਿੱਤਾ ਉਹਨਾਂ ਨੂੰ ਵੀ ਸਿੱਧੇ ਰਸਤੇ ਤੇ ਲਾ ਕੇ ਤਾਰ ਦਿੱਤਾ ਹੀ ਸਤਿਗੁਰੂ ਜੀ ਨੇ। ਨਹੀਂ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਵੱਡੇ ਵੱਡੇ ਮਰਾਤਮਿਆਂ ਦੀ, ਵੱਡੀ ਤਪੱਸਿਆ ਦੀ, ਵੱਡੇ ਆਸਣਾਂ ਦੀ ਮਨ ਨੂੰ ਮੈਲ ਲੱਗ ਜਾਂਦੀ ਹੈ। ਇੱਕ ਮਨ ਦੀ ਮਨ ਲਾਉਣੇ ਆ ਤਾਂ ਦੂਸਰੀ ਹੋਰ ਚੜ ਜਾਂਦੀ ਹੈ। ਇੱਕ ਭਾ ਲੱਥੀ ਨਹਾਤਿਆਂ ਦੋ ਭਾ ਚੜੀਏ ਹੋਰ। ਕਹਿੰਦੇ ਇੱਕ ਭਾਰ ਲੈਂਦਾ ਹੈ ਤੇ ਦੂਜਾ ਭਾਰ ਹੋਰ ਚੜ ਜਾਂਦਾ ਵੀ ਮੇਰੇ ਵਰਗਾ ਕੋਈ ਹੈ ਜਿਹੜਾ 68 ਤੀਰਥਾਂ ਦੀ ਯਾਤਰਾ ਕਰੂਗਾ। ਕਹਿੰਦੇ ਇਹ ਮੈਲ ਹੋਰ ਚੜ ਜਾਂਦੀ ਹੈ। ਕਹਿੰਦੇ ਵੇਖੀ ਭਾਈ ਇਸ ਤਰ੍ਹਾਂ ਮਨ ਦੀ ਮੈਲ ਲਾਉਂਦਾ ਲਾਉਂਦਾ ਕਿਤੇ ਵਧੇਰੇ ਨਾ ਲਗਾ ਲਈ। ਇਸ ਮਨ ਕੋ ਹੋਰ ਸੰਜਮ ਕੋ ਨਾਹੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਪੁੱਛਿਆ ਕਿ ਮਹਾਰਾਜ ਜੀ ਫਿਰ ਇਸ ਮਨ ਨੂੰ ਵਸ ਕਰਨ ਵਾਸਤੇ, ਮਨ ਨੂੰ ਸਮਝਾਉਣ ਵਾਸਤੇ ਕੋਈ ਰਸਤਾ ਤਾਂ ਹੋਵੇਗਾ ਹੀ, ਕਿੰਨੇ ਕੁ ਸਾਧਨ ਹੋਰ ਕਰਨੇ ਚਾਹੀਦੇ? ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਇਸ ਮਨ ਨੂੰ ਸਮਝਾਉਣ ਵਾਸਤੇ ਹੋਰ ਕੋਈ ਸਾਧਨ ਨਹੀਂ ਹੈਗਾ, ਕੋਈ ਸਾਧਨ ਨਹੀਂ। ਜਿੰਨੇ ਮਰਜ਼ੀ ਕੋਈ ਸਾਧਨ ਕਰ ਲਵੇ, ਉਪਾਅ ਕਰ ਲਵੇ, ਤਰੀਕੇ ਵਰਤ ਲਵੇ, ਜਲ ਧਾਰੇ ਕਰ ਲਵੇ, ਵਰਤ ਰੱਖ ਲਵੇ, ਧੂਣੀਆਂ ਤਾ ਲਵੇ, ਮਹਾਰਾਜ ਕਹਿੰਦੇ ਨਹੀਂ, ਹੋਰ ਕੋਈ ਸਾਧਨ ਇਹਦੇ ਕੰਮ ਨਹੀਂ ਆ ਸਕਦਾ। ਬਿਨ ਸਤਿਗੁਰ ਕੀ ਸਰਣਾਈ। ਮਹਾਰਾਜ ਫਿਰ ਕੋਈ ਤਾਂ ਹੋਊਗਾ ਹੀ। ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਇੱਕ ਸਤਿਗੁਰੂ ਦੀ ਸ਼ਰਨ ਹੈ ਜਿਹਦੇ ਪ੍ਰਥਾਏ ਸਤਿਗੁਰੂ ਜੀ ਨੇ ਆਪ ਕਿਰਪਾ ਕੀਤੀ ਨਾ। ਸਤਿਗੁਰ ਆਇਓ ਸਰਨ ਤੁਹਾਰੀ, ਮਿਲੇ ਸੂਖ ਨਾਮ ਹਰ ਸੋਭਾ, ਚਿੰਤਾ ਲਾਹੇ ਹਮਾਰੀ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਉਹ ਅਸਲ ਵਿੱਚ ਪ੍ਰਮਾਤਮਾ ਦੇ ਨਾਮ ਦੀ ਜਿਹੜੀ ਸ਼ਰਨ ਹੈ ਨਾ, ਉਹ ਸਭ ਤੋਂ ਵੱਡੀ ਹੈ, ਸਭ ਤੋਂ ਸ਼ਕਤੀਸ਼ਾਲੀ ਹੈ। ਕਹਿੰਦੇ ਜਦੋਂ ਇਹ ਮਨ ਆਪਣਾ ਹੰਕਾਰ ਛੱਡ ਕੇ, ਆਪਣੀ ਹੋਂਦ ਛੱਡ ਕੇ ਸਾਧ ਸੰਗਤ ਦੇ ਵਿੱਚ ਆ ਕੇ ਜੁੜ ਗਿਆ, ਸਾਧ ਸੰਗਤ ਵਿੱਚ ਆ ਕੇ ਬੈਠ ਗਿਆ, ਗੁਰੂ ਕੀ ਸੰਗਤ ਕਰਕੇ ਗੁਰੂ ਦਾ ਧਿਆਨ ਧਰ ਲਿਆ, ਤੇ ਫਿਰ ਕਹਿੰਦੇ ਇੱਕ ਇਹ ਸਾਧਨ ਹੈ ਜਿਹੜਾ ਇਸ ਮਨ ਦੀ ਮੈਲ ਨੂੰ ਲਾਹ ਦੇਵੇਗਾ, ਮੁਕਾਰਾਂ ਦੀ ਮੈਲ ਨੂੰ ਲਾਹ ਦੇਵੇਗਾ। ਸੰਗਤ ਵਿੱਚ ਆ ਕੇ ਦੇਖੇਗਾ ਨਾ, ਬਚਨ ਕਰਦਿਆਂ ਕਰਦਿਆਂ ਪਤਾ ਲੱਗ ਜਾਏਗਾ ਕਿ ਆਹ ਗੁਰੂ ਕਾ ਸਿੱਖ ਹੈ। ਇਹ ਤੇ ਭਾਈ
ਪਰਮਾਤਮਾ ਦੇ ਨਾਮ ਦਾ ਸਿਮਰਨ ਕਰਨ ਵਾਸਤੇ ਅੰਮ੍ਰਿਤ ਵੇਲੇ ਉੱਠ ਜਾਂਦਾ ਹੈ। ਆਹ ਗੁਰੂ ਕਾ ਸਿੱਖ ਹੈ, ਇਹ ਤੇ ਹਰ ਰੋਜ਼ ਹੀ ਦਰਸ਼ਨ ਦੀਦਾਰੇ ਕਰਨ ਵਾਸਤੇ ਆਉਂਦਾ ਹੈ ਤੇ ਨਾਲ ਸੇਵਾ ਵੀ ਕਰਦਾ ਹੈ। ਆਹ ਗੁਰੂ ਕੇ ਸਿੱਖ ਨੇ ਹਰ ਐਤਵਾਰ ਨੂੰ 5 ਗੁਰਦੁਆਰਾ ਸਾਹਿਬ ਦੇ ਜਾ ਕੇ ਜਾਂਦੇ ਨੇ ਦਰਸ਼ਨ ਕਰਨ। ਤੇ ਆਹ ਗੁਰੂ ਕੇ ਸਿੱਖ ਨੇ ਹਰ ਮਹੀਨੇ ਨਿਸ਼ਾਨ ਸਾਹਿਬ ਦਾ ਚੋਲਾ ਸਾਹਿਬ ਬਦਲਦੇ ਨੇ। ਇਹ ਗੁਰੂ ਕੇ ਸਿੱਖ ਨੇ, ਇਹ ਆ ਕੇ ਬਰਤਨਾਂ ਦੀ ਸੇਵਾ ਕਰਦੇ ਨੇ, ਬਰਤਨ ਚੜਾਉਂਦੇ ਵੀ ਨੇ ਤੇ ਸਾਫ਼ ਵੀ ਕਰਦੇ ਨੇ। ਫਿਰ ਮਨ ਦੀ ਮੈਲ, ਮਨ ਦਾ ਹੰਕਾਰ ਢਹਿ ਢੇਰੀ ਹੋ ਜਾਊਗਾ। ਇਹ ਮਣਾ, ਤੂੰ ਤਾਂ ਆਪਣੇ ਹੀ ਕੰਮਾਂ ਵਿੱਚ ਲੱਗਾ ਹੋਇਆ, ਆਪਣੀ ਪ੍ਰਾਪਰਟੀ ਨੂੰ ਹੀ ਬਹੁਤ ਵੱਡਾ ਸਾਧਨ ਸਮਝ ਲਿਆ ਤੂੰ ਤਾਂ। ਨਹੀਂ ਭਾਈ, ਤੂੰ ਤੇ ਗਲਤ ਰਸਤੇ ਤੇ ਤੁਰਿਆ ਹੋਇਆ। ਤੇ ਜਦੋਂ ਇੱਥੇ ਆ ਕੇ ਪਤਾ ਲੱਗਾ, ਫਿਰ ਮਨ ਸਮਝੇਗਾ ਸੰਤ ਕਾ ਮਾਰਗ ਧਰਮ ਕੀ ਪੌੜੀ, ਕੋ ਵੱਡ ਭਾਗੀ ਪਾਏ। ਵੱਡਿਆਂ ਭਾਗਾਂ ਵਾਲੇ ਭਾਈ ਇਸ ਮਾਰਗ ਨੂੰ ਪ੍ਰਾਪਤ ਕਰਦੇ ਨੇ। ਤਾਂ ਸਤਿਗੁਰੂ ਪਾਤਸ਼ਾਹ ਜੀ ਆਪ ਰਹਿਮਤ ਕਰਦੇ ਨੇ ਕਿ ਭਾਈ ਇੱਕੋ ਇੱਕ ਸਤਿਗੁਰੂ ਦੀ ਸ਼ਰਨ ਹੈ, ਜਿੱਥੇ ਆ ਕੇ ਵੱਡੇ ਵੱਡੇ ਦੇ ਹੰਕਾਰ ਲੈ ਜਾਂਦੇ ਨੇ। ਭਾਵੇਂ ਸ਼ਰਨ ਵਿੱਚ ਆਇਆ ਵੀ ਜਦੋਂ ਇਹ ਵਕਾਰ ਨਹੀਂ ਲੈਂਦੇ, ਤੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਐਸੀ ਸਿੱਖਿਆ ਦਿੰਦੇ ਨੇ ਜਿਹੜੀ ਇੱਕ ਜਣੇ ਨੂੰ ਸਿੱਖਿਆ ਦਿੰਦੇ ਆ, ਪਰ ਹੁੰਦੇ ਸਾਂਝੀ ਸਗਲ ਜਹਾਨਾਂ ਹੁੰਦੀ, ਸਾਰੇ ਜਹਾਨ ਵਾਸਤੇ ਉਹ ਸਾਂਝੀ ਸਿੱਖਿਆ ਹੁੰਦੀ ਹੈ। ਜਦੋਂ ਪੈਂਡੇ ਖਾਂ ਦਾ ਨਿਕਾਹ ਹੋ ਗਿਆ ਨਾ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ, ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬੜਾ ਬਲੀ ਯੋਧਾ ਬਣਾਇਆ ਸੀ। ਬੜੀ ਵੱਡੀ ਖੁਰਾਕ ਦਿੱਤੀ ਸੀ, ਬਦਾਮ ਦਿੱਤੇ, ਕਾਜੂ ਦਿੱਤੇ, 4 ਮੱਝਾਂ ਦਾ ਦੁੱਧ ਪੀ ਜਾਂਦਾ ਸੀ ਪੀਣ ਵਾਸਤੇ। ਮਾਂ ਸਤਿਗੁਰੂ ਜੀ ਨੇ ਮੱਝਾਂ ਰੱਖੀਆਂ ਹੋਈਆਂ ਸਨ। ਬੜਾ ਬਲਵਾਨ ਕੁਸ਼ਤੀਆਂ ਕਰਿਆ ਕਰੇ। ਜਦੋਂ ਬਾਬਾ ਬਿਧੀ ਚੰਦ ਜੀ ਨਾਲ ਕੁਸ਼ਤੀ ਕਰਦਿਆਂ ਉਹਨੂੰ ਢਾਹ ਲੈਂਦਾ ਸੀ, ਤੇ ਫਿਰ ਮਨ ਵਿੱਚ ਇਹ ਹੰਕਾਰ ਵੀ ਆ ਗਿਆ ਕਿ ਮੇਰੇ ਨਾਲ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਆਪ ਮੇਰੇ ਨਾਲ ਕੁਸ਼ਤੀ ਲੜਨ, ਮੈਂ ਉਹਨਾਂ ਨੂੰ ਵੀ ਢਾਹ ਲਵਾਂਗਾ। ਉਹਦਾ ਫੁਰਨਾ ਬੁੱਝ ਕੇ ਸਤਿਗੁਰੂ ਨੇ ਇੱਕ ਵਾਰ ਨਹੀਂ ਬਹੁਤ ਵਾਰ ਕੁਸ਼ਤੀ ਕੀਤੀ, ਔਰ ਕੁਸ਼ਤੀ ਦੇ ਵਿੱਚ ਉਹਨਾਂ ਨੂੰ ਚਿੱਤ ਕਰਦੇ ਰਹੇ, ਹਰਾਉਂਦੇ ਰਹੇ ਕਿ ਕਿਤੇ ਹੰਕਾਰ ਨਾ ਕਰ ਲਵੇ। ਇੱਕ ਵਾਰੀ ਵੀ ਜਾਣ ਬੁੱਝ ਕੇ ਵੀ ਮਹਾਰਾਜ ਨੇ ਕਿਤੇ ਉਹਨੂੰ ਕੁਸ਼ਤੀ 'ਚ ਨਹੀਂ ਸੀ ਜਿੱਤਣ ਦਿੱਤਾ ਕਿ ਹੰਕਾਰ 'ਚ ਨਾ ਆ ਜਾਵੇ। ਫਿਰ ਵੀ ਇੰਨਾ ਹੰਕਾਰੀ ਹੋ ਗਿਆ, ਕਈ ਦਿਨ ਸੰਗਤ ਵਿੱਚ ਆਇਆ ਹੀ ਨਾ। ਮੀਰੀ ਪੀਰੀ ਦੇ ਮਾਲਕ ਗੁਰੂ ਸਾਹਿਬ ਕਹਿੰਦੇ ਭਾਈ ਜਾਓ ਪੈਂਡੇ ਨੂੰ ਲੈ ਕੇ ਆਓ। ਜਦੋਂ ਲਿਆਂਦਾ, ਕਹਿੰਦੇ ਪੈਂਡੇ ਖਾ ਸੰਗਤ ਵਿੱਚ ਹੀ ਨਹੀਂ ਆਉਂਦਾ, ਤੂੰ ਨਮਾਜ਼ ਪੜ੍ਹਦਾ ਹੈ, ਖੁਦਾ ਨੂੰ ਯਾਦ ਕਰਦਾ ਹੈ? ਕਹਿੰਦਾ ਨਹੀਂ ਮਹਾਰਾਜ, ਤੁਸੀਂ ਮੈਨੂੰ ਇੰਨਾ ਬਲੀ ਸਰੀਰ ਮੇਰਾ ਬਣਾਇਆ ਤੇ ਹੁਣ ਮੇਰਾ ਨਿਕਾਹ ਹੋ ਗਿਆ, ਘਰ ਵਾਲੀ ਦੇ ਸੁੱਖ ਵਿੱਚ ਹੀ ਲੱਗ ਗਿਆ ਮੈਂ, ਤੇ ਹੁਣ ਮੈਨੂੰ ਸਭ ਕੁਝ ਭੁੱਲ ਹੀ ਗਿਆ। ਕਹਿੰਦੇ ਨਹੀਂ ਆਇਆ ਕਰ। ਕਹਿੰਦਾ ਮਹਾਰਾਜ ਨਹੀਂ, ਮੈਥੋਂ ਸੰਗਤ ਥੱਲੇ ਨਹੀਂ ਆਇਆ ਜਾਣਾ, ਹਾਲੇ ਸਮਾਂ ਨਹੀਂ ਮਿਲਦਾ, ਆਊਂਗਾ, ਬੜਾ ਸਮਾਂ ਪਿਆ। ਚੰਗਾ, ਕਹਿੰਦੇ ਭਾਈ। ਜਦੋਂ ਘਰ ਨੂੰ ਜਾਣ ਲੱਗਾ, ਕਹਿੰਦੇ ਪੈਂਡੇ ਇੱਕ ਗੱਲ ਸੁਣ ਜਾ, ਆਹ ਬਚਨ ਇੱਕ ਪੱਲੇ ਬੰਨ ਲਈ। ਮਹਾਰਾਜ ਨੇ ਹੌਲੀ ਦੇ ਨੇ ਕਿਹਾ, ਪੈਂਡਿਆ ਤੂੰ 7 ਦਿਨਾਂ ਦੇ ਵਿੱਚ ਮਰ ਜਾਣਾ ਭਾਈ, ਮੈਂ ਤੇ ਤਾਂ ਸੱਦਿਆ ਤੈਨੂੰ, ਜਾ ਤੂੰ ਜਾਂਦਾ ਰਹਿ, ਭਾਵੇਂ ਸੁੱਖ ਭੋਗ ਖਾ ਪੀ ਲੈ, 7 ਹੀ ਦੇਣਾ ਤੇਰੇ ਕੋਲੇ। ਗਿਆ ਘਰੇ, ਨੀਂਦ ਕਾਹਦੀ ਆਉਣੀ ਸੀ, ਵਿਸ਼ੇ ਕਾਹਦੇ ਫੁਰਨੇ ਸੀ। ਲੱਗਾ ਕੁਰਾਨ ਸ਼ਰੀਫ ਪੜ੍ਹਨ, ਆਇਤਾਂ ਪੜ੍ਹਨ ਲੱਗਾ। ਨਮਾਜ਼ਾਂ 'ਚ ਫਰਕ ਨਾ ਪਾਇਆ ਕਰੇ, 5 ਵਕਤ ਨਮਾਜ਼ ਕਰਿਆ ਕਰੇ। ਪਰ ਸਰੀਰ ਜਿਹੜਾ ਸੀ ਹੌਲੀ ਹੌਲੀ ਢਲਦਾ ਸਾਧ ਸੰਗਤ ਜੀ ਢਲ ਗਿਆ। ਜਦੋਂ ਇਸ ਪਾਸੇ ਆਇਆ ਤੇ ਸਤਿਗੁਰੂ ਪਾਤਸ਼ਾਹ ਜੀ ਨੇ 1 ਦਿਨ ਲੰਘਾਇਆ, 2 ਦਿਨ ਲੰਘਾਏ, 3 ਦਿਨ ਲੰਘ ਗਏ। ਜਦੋਂ 7ਵਾਂ ਦਿਨ ਆਇਆ ਨਾ, ਉਦੋਂ ਬਹੁਤਾ ਹੀ ਅੰਮ੍ਰਿਤ ਵੇਲੇ ਉੱਠਿਆ, ਸੁਬਹ ਨਵਾਜ਼ ਗੁਜ਼ਾਰ ਕੇ ਅੱਲਾ ਦੀ ਬੰਦਗੀ ਜੁੜਨਾ ਚਾਹਵੇ, ਪਰ ਸਾਹਮਣੇ ਮੌਤ ਦਿਸੇ, ਜੁੜਿਆ ਨਾ ਜਾਵੇ ਵੀ ਮਾਰੀ ਜਾਣਾ ਅੱਜ ਤਾਂ ਮੈਂ। ਗੁਰੂ ਸਾਹਿਬ ਤਾਂ ਜੋ ਬਚਨ ਕਹਿੰਦੇ ਲੋਹੇ ਤੇ ਲੀਕ ਹੈ। 7ਵਾਂ ਦਿਨ ਜਦੋਂ ਸ਼ਾਮਾਂ ਪਈਆਂ ਤਾਂ ਗੁਰੂ ਸਾਹਿਬ ਨੇ ਬੁਲਾਇਆ ਕਿ ਫਿਰ ਬੁਲਾਓ ਪੈਂਡੇ ਨੂੰ। ਬੁਲਾਇਆ, ਉਹਨੇ ਸੋਚਿਆ ਵੀ ਹੁਣ ਗੁਰੂ ਸਾਹਿਬ ਨੇ ਬੁਲਾਇਆ ਤੇ ਗੁਰੂ ਦੀ ਸ਼ਰਨ ਵਿੱਚ ਜਾ ਕੇ ਮੇਰੇ ਪ੍ਰਾਣ ਨਿਕਲ ਜਾਣੇ, ਬਸ ਇੰਨਾ ਹੀ ਕੰਮ ਹੈ। 7ਵਾਂ ਦਿਨ ਤੇ ਹੈਗਾ ਹੀ ਅੱਜ, ਪਰ ਚਲੋ ਗੁਰੂ ਸਮਰੱਥ ਹੈ, ਜੇ ਬੁਲਾਇਆ ਤੇ ਉੱਥੇ ਪਹੁੰਚਦੇ ਆ, ਸ਼ਾਇਦ ਤਾਂ ਉੱਥੇ ਹੀ ਮਰੂੰਗਾ ਤਾਂ ਭਲਾ ਹੋ ਜਾਊ। ਮਨ ਵਿੱਚ ਸ਼ਰਧਾ ਵੀ ਸੀ ਤੇ ਹੰਕਾਰ ਵੀ ਸੀ ਆਪਣੇ ਬਲ ਦਾ। ਜਦੋਂ ਆਇਆ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਪੈਂਡਿਆ ਸੁਣਾ ਭਾਈ, ਨਮਾਜ਼ ਪੜ੍ਹਦਾ? ਉਹਨਾਂ ਕਹਿੰਦਾ ਜੀ ਪੂਰਾ ਇੱਕ ਨਮਾਜ਼ ਵਿੱਚ ਵੀ ਨਹੀਂ ਕਦੇ ਫਰਕ ਪਾਇਆ। ਕਹਿੰਦੇ ਕਿਉਂ? ਤੇਰਾ ਤਾਂ ਨਿਕਾਹ ਹੋਣੇ ਹੋਇਆ, ਤੇਰੇ ਕੋਲ ਤਾਂ ਸਮਾਂ ਹੀ ਹੈ ਨਹੀਂ ਸੀ, ਤੂੰ ਤਾਂ ਵਿਸ਼ੇ ਸੁੱਖ ਦੇ ਵਿੱਚ ਲੱਗਿਆ ਹੋਇਆ, ਕੀ ਗੱਲ ਹੋ ਗਈ? ਮਸਾਂ ਹੀ ਬੋਲਿਆ ਜਾਵੇ। ਕਹਿੰਦਾ ਮਹਾਰਾਜ ਮੈਨੂੰ ਹੁਣ ਕਿਰਪਾ ਕਰਕੇ
ਮੇਰਾ ਪਾਰ ਉਤਾਰਾ ਕਰ ਦਿਓ, ਮਰ ਤੇ ਮੈਂ ਜਾਣਾ ਹੀ ਆ। ਕਹਿੰਦੇ ਨਹੀਂ ਪੈਂਡਿਆ, ਹਲੇ ਤਾਂ ਤੂੰ ਯੁੱਧ ਲੜਨੇ ਆ। ਕਹਿੰਦੇ ਅੱਛਾ ਮਹਾਰਾਜ, ਨਾਲੇ ਕਹਿੰਦੇ 7 ਦਿਨਾਂ ਦੇ ਵਿੱਚ ਮਰਨਾ ਹੈ। ਮਹਾਰਾਜ ਕਹਿੰਦੇ ਮੌਤ ਚੇਤੇ ਹੀ ਕਰਾਈ ਹੈ, ਮਰਦੀ ਸਾਰੀ ਦੁਨੀਆ 7 ਦਿਨਾਂ ਵਿੱਚ ਹੀ, 8ਵਾਂ ਕੋਈ ਦਿਨ ਹੀ ਹੈ ਨਹੀਂ। 7 ਹੀ ਦਿਨ ਹੈ ਨਾ ਹਫ਼ਤੇ ਦੇ, ਤੇ ਇਹਨਾਂ ਦਿਨਾਂ ਵਿੱਚ ਹੀ ਸਾਰੇ ਜੰਮਦੇ ਤੇ ਮਰਦੇ ਆ। ਅੱਛਾ ਮਹਾਰਾਜ ਇੰਨੀ ਗੱਲ ਹੀ ਸੀ? ਕਹਿੰਦੇ ਹਾਂ, ਮੌਤ ਹੀ ਯਾਦ ਕਰਾਉਣੀ ਸੀ। ਇਸ ਵਾਸਤੇ ਸਤਿਗੁਰੂ ਪਾਤਸ਼ਾਹ ਜੀ ਫਰਮਾਉਂਦੇ ਹਨ ਕਿ ਹੋਰ ਕੋਈ ਸੰਜਮ ਸਾਧਨ ਹੈ ਨਹੀਂ ਭਾਈ, ਕੇਵਲ ਗੁਰੂ ਦੀ ਸ਼ਰਨ ਹੈ। ਗੁਰੂ ਦੀ ਸ਼ਰਨ ਵਿੱਚ ਆਵਾਂਗੇ ਤਾਂ ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਬਖਸ਼ ਲੈਂਦੇ ਹਨ। ਸਤਿਗੁਰ ਮਿਲਿਆ ਉਲਟੀ ਭਈ। ਸਤਿਗੁਰੂ ਜੀ ਜਦੋਂ ਹੰਕਾਰੀ ਮਨ ਵੀ, ਵਕਾਰੀ ਮਨ ਵੀ, ਵਿਭਚਾਰੀ ਮਨ ਵੀ ਗੁਰੂ ਦੀ ਸ਼ਰਨ ਵਿੱਚ ਆ ਜਾਵੇ, ਉਹਨੂੰ ਵੀ ਲਾਭ ਹੋ ਜਾਊਗਾ। ਮਹਾਰਾਜ ਕਹਿੰਦੇ ਹਾਂ ਭਾਈ, ਉਹਨੂੰ ਵੀ ਲਾਭ ਹੋ ਜਾਏਗਾ। ਕਿਉਂਕਿ ਜਦੋਂ ਤੀਰਥ ਤੇ ਜਾ ਕੇ, ਛੱਪੜਾਂ ਤੇ ਜਾ ਕੇ, ਦਰਿਆਵਾਂ ਤੇ ਜਾ ਕੇ ਕੱਪੜੇ ਧੋਣੇ ਆ ਤੇ ਮੈਲ ਤੇ ਲੈਂਦੀ ਆ ਨਾ। ਜਿੰਨਾ ਮਰਜ਼ੀ ਠੰਡਾ ਹੋਵੇ, ਕੁਝ ਨਾ ਕੁਝ ਮੈਲ ਤੇ ਲੈਂਦੀ ਆ ਨਾ, ਤੇ ਲੈਂਦਿਆਂ ਸਾਫ਼ ਹੋ ਜਾਂਦਾ। ਕਹਿੰਦੇ ਮਹਾਰਾਜ ਉਹ ਕਿਵੇਂ? ਹਜੂਰ ਫਰਮਾਉਂਦੇ ਨੇ ਸਤਿਗੁਰ ਮਿਲਿਆ ਉਲਟੀ ਪਈ ਭਾਈ। ਕਹਿੰਦੇ ਜਿਹੜੀ ਮਤ ਵਿਸ਼ਵ ਸ਼ੈਣੀ ਸੀ ਨਾ, ਜਿਹੜੀ ਸੰਸਾਰਾਕਾਰ ਬਿਰਤੀ ਸੀ, ਇਹ ਉਲਟ ਕੇ ਭਉ ਭਗਤੀ ਵਿੱਚ ਜੁੜ ਜਾਏਗੀ। ਸਰੀਰ ਉਹੀ ਹੈ, ਬੁੱਧੀ ਵੀ ਉਹੀ ਹੈ, ਬਿਰਤੀ ਉਹੀ ਹੈ, ਉਹ ਬਦਲ ਜਾਏਗੀ ਜਦੋਂ ਗੁਰੂ ਕੀ ਸੰਗਤ ਵਿੱਚ ਆਵੇਗਾ, ਸ਼ਰਨ ਵਿੱਚ ਪਵੇਗਾ, ਇੱਥੋਂ ਗੁਣ ਪ੍ਰਾਪਤ ਕਰੇਗਾ। ਇੱਥੇ ਜਿਹੜੀ ਤੇਰੀ ਈਰਖਾ, ਜਿਹੜੀ ਇੱਥੇ ਕ੍ਰੋਧ, ਇੱਥੇ ਸਾਧ ਸੰਗਤ ਜਿੰਨੀ ਨਿੰਦਿਆ ਛੱਡ ਕੇ ਜਾਏਗਾ, ਇੱਥੋਂ ਫਿਰ ਤੈਨੂੰ ਸਤ, ਸੰਤੋਖ, ਦਇਆ, ਧੀਰਜ, ਖਿਮਾ, ਵਿਚਾਰ ਨਾਲ ਤੇਰੀ ਬੁੱਧੀ ਦੀ ਝੋਲੀ ਭਰ ਜਾਣੀ ਆ। ਫਿਰ ਉਲਟੀ ਪਈ ਭਾਈ। ਫਿਰ ਜੇ ਕਿਸੇ ਦੀ ਨਿੰਦਿਆ ਕਰਦਾ ਸੀ, ਛੱਡਦੇ ਕੋ ਉਸਤਤ ਕਰੇਗਾ। ਜੇ ਕੋਈ ਨਿੰਦਿਆ ਕਰਦਾ, ਉਹਨੂੰ ਵੀ ਕਹੇਗਾ ਨਹੀਂ ਭਾਈ ਜਿਹਦੀ ਤੂੰ ਨਿੰਦਿਆ ਕਰਦਾ, ਉਹ ਤਾਂ ਤੇਰੇ ਵਿਰੁੱਧ ਕਦੇ ਬੋਲਿਆ ਹੀ ਨਹੀਂ, ਉਹਨੂੰ ਵੀ ਸਮਝਾਉਣ ਲੱਗ ਪਵੇਗਾ। ਕਹਿੰਦੇ ਇਸ ਕਰਕੇ ਇਹ ਜਿਹੜੀ ਬਿਰਤੀ ਹੈ ਉਲਟ ਜਾਵੇਗੀ ਜਦੋਂ ਸਤਿਗੁਰੂ ਪਾਤਸ਼ਾਹ ਦੀ ਸ਼ਰਨ ਵਿੱਚ ਆਵੇਗਾ। ਕਹਿਣਾ ਕਿਛੂ ਨਾ ਜਾਏ। ਇਸ ਕਰਕੇ ਕਹਿੰਦੇ ਭਾਈ ਕੁਝ ਕਿਹਾ ਹੀ ਨਹੀਂ ਜਾ ਸਕਦਾ, ਇਸ ਦਾ ਵਿਸਥਾਰ ਨਹੀਂ ਕੀਤਾ ਜਾ ਸਕਦਾ ਕਿ ਇਹਦਾ ਵਿਸਥਾਰ ਕਰਕੇ ਦਸੀਏ। ਸਤਿਗੁਰੂ ਜੀ ਫਰਮਾਉਂਦੇ ਨੇ ਕਿ ਭਾਈ ਜਦੋਂ ਆਪਣੀ ਬਿਰਤੀ ਨੂੰ ਗੁਰੂ ਕੀ ਬਿਰਤੀ ਨਾਲ ਜੋੜ ਲਿਆ, ਗੁਰੂ ਕੀ ਮੱਤ ਨਾਲ ਜੋੜ ਲਿਆ, ਤੇ ਇੱਥੇ ਸਤਿਗੁਰੂ ਜੀ ਦਾ ਹੁਕਮ ਸੀ, ਗੁਰ ਕੀ ਮੱਤ ਤੂੰ ਲੇਹੇ ਇਆਨੇ, ਭਗਤ ਬਿਨਾ ਬਹੁ ਡੂਬੇ ਸਿਆਣੇ। ਜਦੋਂ ਇਹ ਉਪਦੇਸ਼ ਦਿੱਤਾ ਤੇ ਫਿਰ ਆਪਣੀ ਮੱਤ ਛੱਡ ਦਿੱਤੀ। ਜਿਹੜਾ ਔਖਾ ਕੰਮ ਸੀ ਨਾ, ਮਨ ਕੀ ਮੱਤ ਤਿਆਗੋ ਹਰ ਜਨ, ਇਹ ਬਾਤ ਕਠਿਨੀ, ਕਠਿਨ ਸੀ ਇਹ ਗੱਲ, ਪਰ ਜਦੋਂ ਗੁਰੂ ਕੀ ਸ਼ਰਨ ਵਿੱਚ ਆ ਗਿਆ ਤਾਂ ਫਿਰ ਇਹ ਗੱਲ ਸੌਖੀ ਹੋ ਗਈ, ਕਿਉਂਕਿ ਗੁਰੂ ਦੀ ਆਪਦੀ ਸ਼ਕਤੀ ਵਰਤ ਗਈ। ਫਿਰ ਸਾਧ ਸੰਗਤ ਜੀ ਸਤਿਗੁਰੂ ਜੀ ਨੇ ਕਿਰਪਾ ਕਰ ਦਿੱਤੇ, ਤਾਂ ਫਿਰ ਜਦੋਂ ਮਹਾਰਾਜ ਦੀ ਕਿਰਪਾ ਹੋਈ ਫਿਰ ਇਹ ਮੱਤ ਵੀ ਬਦਲ ਗਈ। ਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਫਿਰ ਭਾਈ ਉਹਦੇ ਬਾਰੇ ਕੁਝ ਕਿਹਾ ਹੀ ਨਹੀਂ ਜਾ ਸਕਦਾ। ਉਹਦੇ ਅੰਦਰ ਕਿੰਨਾ ਆਨੰਦ ਬਣਿਆ, ਕਿਵੇਂ ਉਹਦੀ ਮੱਤ ਵਿਸ਼ਿਆਂ ਵਿਕਾਰਾਂ ਚੋਂ ਨਿਕਲ ਕੇ ਭਉ ਭਗਤੀ ਵਿੱਚ ਲੱਗ ਗਈ, ਉਹਦੇ ਬਾਰੇ ਕਹਿੰਦੇ ਕੁਝ ਕਿਹਾ ਨਹੀਂ ਜਾ ਸਕਦਾ। ਐਸੀ ਗੁਰੂ ਦੀ ਕਿਰਪਾ ਹੈ। ਭਾਣਤ ਨਾਨਕ ਸਤਿਗੁਰ ਕੋ ਮਿਲਦੋ ਮਰਾ। ਹਜੂਰ ਫਰਮਾਉਂਦੇ ਹਨ ਕਿ ਇਹ ਭਾਈ ਬੇਨਤੀ ਕਰਦੇ ਹਨ, ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ। ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਫਰਮਾ ਰਹੇ ਹਨ ਕਿ ਸਤਿਗੁਰੂ ਜੀ ਨੂੰ, ਪ੍ਰਮਾਤਮਾ ਨੂੰ, ਵਾਹਿਗੁਰੂ ਨੂੰ ਮਿਲ ਕੇ ਮਰਦੋ ਮਰਾ। ਕਹਿੰਦੇ ਭਾਈ ਜੀਵਤ ਭਾਵ ਤੋਂ ਮਰ ਜਾਏ। ਇਹ ਚਰਨ ਸਾਡੀਆਂ ਜਿਹੜੇ ਹੈ ਕੁਸੰਗਤ ਵੱਲ ਜਾਣ ਤੋਂ ਮਰ ਜਾਣ, ਇਹ ਹੱਥ ਚੋਰੀ ਕਰਨ ਤੋਂ ਮਰ ਜਾਣ, ਇਹ ਸਾਡਾ ਜਿਹੜਾ ਮਨ ਹੈ ਭੈੜੀਆਂ ਚਿਤਵਨੀਆਂ ਤੋਂ ਮਰ ਜਾਵੇ। ਕਹਿੰਦੇ ਇਹਨੂੰ ਕਹਿੰਦੇ ਜੀਵਤ ਭਾਵ ਤੋਂ ਮਰਨਾ। ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਕਿ ਸਤਿਗੁਰੂ ਨੂੰ ਮਿਲ ਕੇ ਜੀਵਤ ਭਾਵ ਤੋਂ ਮਰ ਜਾਵੇ। ਇਹ ਸਤਿਗੁਰੂ ਸੱਚੇ ਪਾਤਸ਼ਾਹ ਦਾ ਹੁਕਮ ਹੈ। ਗੁਰ ਕੈ ਸ਼ਬਦ ਫਿਰ ਜੀਵੈ ਕੋਈ। ਕਹਿੰਦੇ ਭਾਈ ਜਦੋਂ ਇਸ ਜੀਵਤ ਭਾਵ ਤੋਂ ਮਰ ਗਿਆ, ਸਤਿਗੁਰੂ ਦੀ ਮੱਤ ਗ੍ਰਹਿਣ ਕਰ ਲਈ, ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਉਹਦਾ ਲਾਭ ਕੀ ਹੋਣਾ ਭਾਈ? ਫਿਰ ਉਹਦਾ ਇੰਨਾ ਕੁ ਲਾਭ ਹੋਣਾ ਹੈ ਕਿ ਉਹ ਆਪ ਤਾਂ ਜੀਵਤ ਭਾਵ ਤੋਂ ਮਰਿਆ ਹੀ ਹੈ, ਤੇ ਗੁਰੂ ਕੇ ਸ਼ਬਦ ਦੇ ਨਾਲ ਜੁੜ ਕੇ ਉਹ ਅਨੇਕਾਂ ਨੂੰ ਹੀ ਜੀਵਨ ਬਖਸ਼ ਦੇਵੇਗਾ। ਆਪ ਤਾਂ ਉਹਦੀ ਜ਼ਿੰਦਗੀ ਜਿਹੜੀ ਹੈ, ਉਹਦੀ ਜੀਵ ਭਾਵਨਾ ਹੈ, ਉਹ ਜੀਵ ਈਸ਼ ਨਾਲ ਮਿਲ ਕੇ ਭੇਦਤਾ ਖਤਮ ਕਰ ਦੇਵੇਗਾ, ਅਭੇਦ ਹੋ ਜਾਵੇਗਾ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਉਹਨੂੰ ਪਛਾਣ ਲਏਗਾ ਕਿ ਮੇਰਾ ਪਛਾਣ ਜੋ ਮੂਲ ਹੈ, ਅਸੀਂ ਪਰਮਾਤਮਾ ਦੀ ਅੰਸ਼ ਹਾਂ,
ਤੇ ਸਿਮਰਨ ਕਰਦਿਆਂ ਕਰਦਿਆਂ ਵਾਹਿਗੁਰੂ 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 ਜਪਦਿਆਂ ਉਹਦੇ ਵਿੱਚੋਂ ਜਿਹੜਾ ਭਰਮ ਦਾ ਪੜਦਾ ਹੈ ਉਹਨੂੰ ਖਤਮ ਕਰਕੇ ਉਸ ਅਸਲੀ ਬ੍ਰਹਮ ਦੇ ਦਰਸ਼ਨ ਕਰਕੇ ਉਹਦੇ ਨਾਲ ਇੱਕਮਿਕ ਹੋ ਜਾਵੇਗਾ। ਤੇ ਹਜੂਰ ਫਰਮਾਉਂਦੇ ਨੇ ਕਿ ਫਿਰ ਭਾਈ ਜਦੋਂ ਉਹਦੇ ਨਾਲ ਮਿਲ ਗਿਆ ਫਿਰ ਜੀਵਾ ਕੋਈ, ਕਹਿੰਦੇ ਕਈਆਂ ਨੂੰ ਹੋਰਨਾਂ ਨੂੰ ਜਵਾ ਦੇਵੇਗਾ, ਹੋਰ ਨੂੰ ਵੀ ਜਿਵੇਂ ਦੀਵੇ ਨਾਲ ਦੀਵੇ ਜਗਾ ਦੇ ਨਾ, ਕਿੰਨੇ ਦੀਵੇ ਜਗਾ ਦੇਈਦੇ ਆ। ਦੀਵਾ ਪਹਿਲਾਂ ਵਾਲੇ ਦਾ ਤਾਂ ਘਟਦਾ ਕੁਛ ਨਹੀਂ, ਜਿੰਨੇ ਮਰਜ਼ੀ ਹਜ਼ਾਰਾਂ ਦੀਵੇ ਜਗਾ ਦੇ, ਬੇਅੰਤੀ ਅਣਗਿਣਤ ਜਗਾ ਦੇਵੇ। ਇਸੇ ਤਰ੍ਹਾਂ ਸਤਿਗੁਰੂ ਪਾਤਸ਼ਾਹ ਜੀ ਫਰਮਾਉਂਦੇ ਨੇ ਕਿ ਉਸ ਸ਼ਕਤੀ ਦਾ ਭਾਵੇਂ ਵਰਣਨ ਨਹੀਂ ਕੀਤਾ ਜਾ ਸਕਦਾ, ਪਰ ਹੋਰਨਾਂ ਨੂੰ ਵੀ ਉਹ ਜੋਤ ਨਾਲ ਜੋੜ ਕੇ ਜੀਵਤ ਭਾਵ ਦੇ ਵਿੱਚ ਲਿਆ ਸਕਦਾ ਹੈ। ਮਮਤਾ ਕੀ ਮਲ ਉਤਰਾ। ਫਿਰ ਕਹਿੰਦੇ ਭਾਈ ਜਿਹੜੀ ਮਮਤਾ ਦੀ ਮਲ ਲੱਗੀ ਹੋਈ ਸੀ ਨਾ, ਪਹਿਲਾਂ ਸਤਿਗੁਰੂ ਪਾਤਸ਼ਾਹ ਜੀ ਨੇ ਫਰਮਾਇਆ ਨਾ ਮਲ ਮੈਲੇ ਸਭ ਕੁਝ ਮੈਲਾ। ਫਿਰ ਕਹਿੰਦੇ ਭਾਈ ਜਦੋਂ ਇਸ ਤਰੀਕੇ ਦੇ ਨਾਲ ਤੂੰ ਆਪਣੇ ਮਨ ਨੂੰ ਸਮਝਾਇਆ, ਇਹ ਮਮਤਾ ਦੀ ਮੈਲ ਤੱਕ ਸਾਰੀਆਂ ਮੈਲਾਂ ਖਤਮ ਹੋ ਜਾਣਗੀਆਂ। ਇਹੋ ਮਨ ਹੱਛਾ ਹੋਏ। ਇਹ ਫਿਰ ਕਹਿੰਦੇ ਭਾਈ ਇਹ ਮਨ ਜਿਹੜਾ ਹੈ ਚੰਗਾ ਹੋ ਜਾਏਗਾ, ਇਹ ਮਨ ਹੱਛਾ ਹੋ ਜਾਏਗਾ, ਭਲਾ ਹੋ ਜਾਏਗਾ। ਇਹ ਸਤਿਗੁਰੂ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਇਹ ਮਨ ਸੁਧਰ ਜਾਏਗਾ। ਫਿਰ ਉਹਨੂੰ ਸਮਝਾਉਣ ਦੀ ਲੋੜ ਨਹੀਂ ਪਵੇਗੀ। ਫਿਰ ਤਾਂ ਭਾਈ ਅੱਠੇ ਪਹਿਰ ਇੱਕ ਤੈ ਲਿਵੈ ਮੰਨੇ ਨੂੰ ਹੁਕਮ ਅਪਾਰ, ਅੱਠੇ ਪਹਿਰ ਵਾਹਿਗੁਰੂ ਵਾਹਿਗੁਰੂ ਦੇ ਸਿਮਰਨ ਵਿੱਚ ਜੁੜ ਜਾਏਗਾ। ਇਹ ਅੱਛਾ ਹੋ ਜਾਵੇਗਾ। ਇਹ ਸਤਿਗੁਰੂ ਦੀ ਰਹਿਮਤ ਹੋਵੇਗੀ, ਕਿਰਪਾ ਹੋਵੇਗੀ। ਗੁਰੂ ਕੇ ਪਿਆਰੇ ਜਿਹੜੇ ਭਾਈ ਭਉ ਭਗਤੀ ਵਿੱਚ ਰੰਗੇ ਗਏ ਉਹ ਇਸ ਪਦਵੀ ਨੂੰ ਪਹੁੰਚ ਜਾਂਦੇ ਆ। ਸਤਿਗੁਰੂ ਕਿਰਪਾ ਕਰਨ, ਸਾਡੇ ਉੱਪਰ ਵੀ ਰਹਿਮਤ ਕਰਨ, ਆਪਣੇ ਦਰੋਂ ਘਰੋਂ ਨਾਮ ਦਾ ਕਿਣਕਾ ਦੇ ਕੇ ਸਤਿਗੁਰੂ ਜੀ ਸਾਨੂੰ ਵੀ ਆਪਣੇ ਚਰਨਾਂ ਨਾਲ ਜੋੜ ਲੈਣ। ਹਰ ਐਤਵਾਰ ਤੇ ਬੁੱਧਵਾਰ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਹੁੰਦਾ ਸ੍ਰੀ ਅਕਾਲ ਤਖਤ ਸਾਹਿਬ ਤੇ, ਹੋਰ ਬਹੁਤ ਸਾਰੀਆਂ ਸੰਪਰਦਾਵਾਂ ਵਿੱਚ ਬਾਕੀ ਤਖਤ ਸਾਹਿਬਾਨਾਂ ਦੇ ਉੱਪਰ ਵੀ ਅੰਮ੍ਰਿਤ ਸੰਚਾਰ ਹੁੰਦੇ ਨੇ। ਭਾਈ ਅੰਮ੍ਰਿਤ ਛਕੋ, ਗੁਰੂ ਵਾਲੇ ਬਣੋ, ਗੁਰੂ ਸਾਹਿਬ ਦੀ ਫਿਰ ਕਿਰਪਾ ਹੋਵੇਗੀ, ਰਹਿਮਤ ਹੋਵੇਗੀ। 2 ਦਿਨ ਦੀ ਵਿਚਾਰ ਕਰਦਿਆਂ ਬੇਅੰਤੀ ਗਲਤੀਆਂ ਭੁੱਲਾਂ ਹੋਈਆਂ, ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਬਖਸ਼ ਲੈਣ, ਅੱਗੇ ਤੋਂ ਸਮੱਤ ਬਖਸ਼ਣ। ਸਭ ਪ੍ਰਬੰਧਕਾਂ ਦਾ, ਗ੍ਰੰਥੀ ਸਿੰਘਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ। ਭਣਤ ਨਾਨਕ ਸਤਿਗੁਰ ਕਉ ਮਿਲਦੋ ਮਰੈ, ਗੁਰ ਕੈ ਸ਼ਬਦ ਫਿਰ ਜੀਵੈ ਕੋਇ। ਮਮਤਾ ਕੀ ਮਲ ਉਤਰੈ, ਇਹੋ ਮਨ ਹੱਛਾ ਹੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।